ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰ ਵਾਲੀ ਸਾਧ ਸੰਗਤ, ਜਿਵੇਂ ਕਿ ਤੁਸੀਂ ਜਾਣਦੇ ਹੋ, ਆਪਾਂ ਇਸ ਚੈਨਲ ਦੇ ਉੱਪਰ ਪਿਛਲੇ ਕੁਝ ਸਮੇਂ ਤੋਂ ਜਿਵੇਂ ਸੰਗਤ ਦੀ ਮੰਗ ਆ ਰਹੀ ਸੀ, ਉਸ ਦੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਾ ਲੜੀ ਉਸ ਨੂੰ ਸ਼ੁਰੂ ਕਰਨ ਦਾ ਯਤਨ ਕੀਤਾ। ਰੁਝੇਵੇਂ ਬਹੁਤ ਜ਼ਿਆਦਾ ਨੇ ਤੇ ਉਹਨਾਂ ਵਿੱਚੋਂ ਸਮਾਂ ਕੱਢ ਕੇ ਆਪ ਸੰਗਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਚਾਰਨ, ਜੋ ਕਿ ਵਿਆਕਰਨ ਦੇ ਅਨੁਸਾਰ ਹੈ, ਉਹਦੇ ਅਨੁਸਾਰ ਆਪ ਸੰਗਤ ਦੇ ਨਾਲ ਸਾਂਝਾ ਕਰ ਰਹੇ ਹਾਂ। ਤੇ ਪਿਛਲੇ ਦੋ ਹਿੱਸਿਆਂ ਵਿੱਚ ਆਪ ਜੀ ਜਪ ਬਾਣੀ ਤੇ ਜਪ ਬਾਣੀ ਤੋਂ ਬਾਅਦ ਸੋਦਰ, ਸੋ ਪੁਰਖ ਤੇ ਸੋਹਿਲਾ ਸਾਹਿਬ, ਕਹਿਣ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਹਿਲੇ 13 ਅੰਗ ਹਨ, ਜੋ ਨਿਤਨੇਮ ਦੀ ਬਾਣੀ ਹੈ, ਉਸ ਦੀ ਸੰਥਾ ਆਪ ਜੀਆਂ ਨੇ ਸਰਵਣ ਕਰ ਲਈ ਹੈ। ਤੇ ਹੁਣ ਆਪਾਂ ਉਸ ਤੋਂ ਅੱਗੇ ਸ਼੍ਰੀ ਰਾਗ ਤੋਂ ਬਾਣੀ ਦੀ ਸੰਥਾ ਜਿਹੜੀ ਹੈ ਉਹ ਆਰੰਭ ਕਰਦੇ ਹਾਂ। ਸਿਰਲੇਖ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ 31 ਰਾਗ ਹਨ ਤੇ ਉਹਨਾਂ ਦੇ ਵਿੱਚੋਂ ਪਹਿਲਾ ਰਾਗ ਹੈ ਸ੍ਰੀ ਰਾਗ। ਸ੍ਰੀ ਰਾਗ ਨੂੰ ਗਾਉਣ ਦਾ ਵੇਲਾ ਵਿਦਵਾਨਾਂ ਨੇ, ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਅੰਦਰ ਲੌਢਾ ਵੇਲਾ ਦੱਸਿਆ, ਜਾਣੀ ਦੁਪਹਿਰ ਤੋਂ ਬਾਅਦ ਦਾ ਵੇਲਾ। ਇਹ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਦਾ ਤੇ ਇਸ ਰਾਗ ਦੇ ਅੰਦਰ ਸਰਦਾਰ ਰਤਨ ਸਿੰਘ ਜੱਗੀ ਜੀ ਦੀ ਖੋਜ ਦੇ ਅਨੁਸਾਰ ਕੁੱਲ 100 ਚੌਪਦੇ ਹਨ, 29 ਅਸ਼ਟਪਦੀਆਂ ਨੇ, 4 ਪਹਿਰੇ ਨੇ, 3 ਛੰਤ ਨੇ, 1 ਵਣਜਾਰਾ ਹੈ ਤੇ 1 ਵਾਰ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੀ। ਇਸ ਤੋਂ ਬਿਨਾਂ 5 ਸ਼ਬਦ ਭਗਤ ਸਾਹਿਬਾਨ ਦੇ ਦਰਜ ਹਨ। ਸੋ ਇਹ ਸ੍ਰੀ ਰਾਗ ਦੇ ਜੋ ਕੁਝ ਸ਼ਬਦ ਹਨ, ਬਾਣੀ ਦੀ ਬਣਤਰ ਹੈ, ਉਸ ਦੇ ਸੰਬੰਧੀ ਆਪ ਸੰਗਤ ਦੇ ਨਾਲ ਬੇਨਤੀ ਸੀ। ਗਾਉਣ ਦਾ ਸਮਾਂ ਇਸ ਨੂੰ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਅੰਦਰ ਦੁਪਹਿਰ ਤੋਂ ਬਾਅਦ ਦਾ ਸਮਾਂ ਜਿਹੜਾ ਹੈ ਉਹ ਦੱਸਿਆ ਹੋਇਆ ਵਾ। ਸੋ ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ੁਰੂ ਹੁੰਦਾ ਹੈ ਜੀ 14 ਨੰਬਰ ਅੰਗ ਤੋਂ। ਮੰਗਲਾਚਰਨ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਵੀ ਕਈ ਪ੍ਰੇਮੀ ਪੜ੍ਹ ਦਿੰਦੇ ਆ, ਪਰ ਉਂਝ ਮੰਗਲ ਦੇ ਵਿੱਚ ਸਤਿ ਗੁਰ ਪ੍ਰਸਾਦ ਇਸ ਰੂਪ ਦੇ ਵਿੱਚ ਪਾਠ ਕਰ ਲਿਆ ਜਾਏ ਤਾਂ ਵਧੇਰੇ ਠੀਕ ਰਹੇਗਾ। ਅੱਗੇ ਹੈ ਰਾਗ ਸ੍ਰੀ ਰਾਗ, ਮਹਲਾ ਪਹਿਲਾ, ਘਰ ਪਹਿਲਾ। ਰਾਗ ਦਾ ਨਾਮ ਦਿੱਤਾ ਗਿਆ ਸ੍ਰੀ ਰਾਗ ਤੇ ਮਹਲਾ ਪਹਿਲਾ। ਪਹਿਲਾ ਦਾ ਉਚਾਰਨ ਇੱਥੇ ਗੁਰੂ ਸਾਹਿਬ ਨੇ ਆਪ ਹੀ ਦੇ ਦਿੱਤਾ, ਪੱਪਾ ਹਾਹੇ ਨੂੰ ਸਿਹਾਰੀ, ਲੱਲੇ ਨੂੰ ਕੰਨਾ, ਜਾਣੀ ਜਿਹੜਾ ਇਹ ਤੋਂ ਬਾਅਦ 'ਚ ਇੱਕ ਲਿਖਿਆ ਹੋਇਆ ਉਸ ਦਾ ਉਚਾਰਨ ਹੈ ਪਹਿਲਾ। ਮਹਲਾ ਪਹਿਲਾ, ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ ਤੇ ਮਹਲਾ ਨੌਵਾਂ। ਇਸ ਤਰੀਕੇ ਨਾਲ ਆਪਾਂ ਇਹਨਾਂ ਦਾ ਉਚਾਰਨ ਕਰਨਾ ਹੈ। ਅੱਗੇ ਹੈ ਘਰ ਪਹਿਲਾ। ਇਸ ਸ਼ਬਦ ਨੂੰ ਸ੍ਰੀ ਰਾਗ ਦੇ ਵਿੱਚ ਤੇ ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਗੁਰੂ ਸਾਹਿਬ ਨੇ ਕੀਤੀ ਹੈ। ਘਰ ਦੇ ਸੰਬੰਧੀ ਵੱਖ-ਵੱਖ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਨੇ। ਹੁਣ ਤੱਕ ਜੋ ਵਧੇਰੇ ਸਹਿਮਤੀ ਬਣੀ ਹੈ, ਉਹਨਾਂ ਨੇ ਘਰ ਤਾਲ ਦੇ ਨਾਲ ਜੁੜਿਆ ਹੋਇਆ ਸ਼ਬਦ ਮੰਨਿਆ ਹੈ। ਪਹਿਲਾ ਘਰ ਜਾਣੀ ਇੱਕ ਤਾਲ, ਪਰ ਅਸੀਂ ਇਹ ਕੋਈ ਦਾਅਵਾ ਨਹੀਂ ਕਰਦੇ ਵੀ ਇਹ ਇੱਦਾਂ ਹੀ ਹੈਗਾ। ਜੋ ਰਾਗ ਦੇ ਗਿਆਤਾ ਹਨ, ਗੁਣੀ ਜਨ ਹਨ, ਕੀਰਤਨ ਕਰਦੇ ਹਨ, ਜਿਨ੍ਹਾਂ ਨੂੰ ਰਾਗ ਦੀ ਬਹੁਤ ਜ਼ਿਆਦਾ ਸਮਝ ਹੈ, ਤਾਲ ਦੀ, ਤਬਲੇ ਦੀ, ਘਰ ਦੀ, ਉਹ ਇਹਦੇ ਬਾਰੇ ਹੋਰ ਵਧੇਰੇ ਚਾਨਣਾ ਪਾ ਸਕਦੇ ਆ ਵੀ ਘਰ ਪਹਿਲਾ, ਘਰ ਦੂਜਾ, ਇਹਦਾ ਮਤਲਬ ਕੀ ਹੈ। ਕਿਉਂਕਿ ਹਾਲੇ ਤੱਕ ਕਿਤੇ ਵੀ ਘਰਾਂ ਦੀ ਵਿਆਖਿਆ ਪ੍ਰੋਪਰ ਰੂਪ ਦੇ ਵਿੱਚ ਨਹੀਂ ਹੋ ਸਕੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਕੁੱਲ 17 ਘਰ ਅੰਕਿਤ ਕੀਤੇ ਗਏ ਨੇ ਗੁਰੂ ਪਾਤਸ਼ਾਹ ਵੱਲੋਂ, ਤੇ ਇਹਨਾਂ ਘਰਾਂ ਦੀ ਜੇ ਆਪਾਂ ਕਹੀਏ ਬਈ ਸਰਲ, ਸੌਖੀ ਤੇ ਇੱਕ ਥਾਂ ਤੇ ਬੱਝਵੀਂ ਕਿਤੇ ਵਿਆਖਿਆ ਆਪਾਂ ਨੂੰ ਪ੍ਰਾਪਤ ਹੁੰਦੀ ਹੋਵੇ, ਉਹ ਨਹੀਂ ਹੁੰਦੀ। ਹਾਲ ਫਿਲਹਾਲ ਆਪਾਂ ਇਸ ਸ਼ਬਦ ਨੂੰ, ਘਰ ਦੇ ਸ਼ਬਦ ਨੂੰ, ਜੋ ਸਿਰਲੇਖ ਰੂਪ ਦੇ ਵਿੱਚ ਆਇਆ, ਘਰ ਪਹਿਲਾ, ਘਰ ਦੂਜਾ, ਇਹਨੂੰ ਆਪਾਂ ਤਾਲ ਦੇ ਨਾਲ ਸੰਬੰਧਿਤ ਮੰਨ ਕੇ ਹੀ ਚੱਲਾਂਗੇ ਹਾਲ ਫਿਲਹਾਲ, ਜਦ ਤੱਕ ਅੱਗੇ ਇਸ ਉੱਪਰ ਕੋਈ ਡੀਪ ਸਟੱਡੀ ਹੋ ਕੇ ਕੋਈ ਖੋਜ ਨਹੀਂ ਆਉਂਦੀ। ਕਿਉਂਕਿ ਘਰ ਦੇ ਉੱਪਰ ਡਾਕਟਰ ਚਰਨ ਕਮਲ ਸਿੰਘ ਹੋਣਾ ਨੇ ਵੀ ਕਾਫੀ ਕੰਮ ਕੀਤਾ ਹੈ। ਉਹਨਾਂ ਨੇ ਤੁਕਬੰਦੀ ਦੇ ਨਾਲ ਜੋੜ ਕੇ, ਤੁਕ ਦੇ ਹਿੱਸਿਆਂ ਦੇ ਨਾਲ ਜੋੜ ਕੇ ਇਸ ਗੱਲ ਨੂੰ ਦੱਸਿਆ ਹੋਇਆ ਹੈ। ਖੈਰ,
ਆਪਣਾ ਵਿਸ਼ਾ ਇਸ ਪਾਸੇ ਦਾ ਨਹੀਂ ਆ। ਆਪਣਾ ਵਿਸ਼ਾ ਹੈ ਗੁਰਬਾਣੀ ਸੰਥਾ ਉਚਾਰਨ ਦਾ। ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ ਜੀ, ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋ ਜੜਾਓ। ਮੋਤੀ ਤਾਂ ਮੰਦਰ ਊਸਰੈ, ਤੱਤਾ ਮੁਕਤਾ ਲਿਖਿਆ ਹੋਇਆ ਹੈ ਤੇ ਇਹਦਾ ਉਚਾਰਨ ਆਪਾਂ ਕਰਨਾ ਤਾਂ। ਇਹ ਤਾਂ ਸ਼ਬਦ ਦਾ ਅੱਧਾ ਉਚਾਰਨ ਹੈ। ਜੋ ਤੱਤੇ ਕੰਨਾ ਉੱਤੇ ਬਿੰਦੀ ਤਾਂ ਲਿਖ ਦਿੰਦੀ ਆ ਨਾ ਆਪਾਂ, ਉਹਦਾ ਅੱਧਾ ਉਚਾਰਨ ਆ। ਜਿੱਥੇ ਤੱਤਾ ਮੁਕਤਾ ਲਿਖ ਦਿੱਤਾ ਜਾਂਦਾ ਹੈ, ਇੱਦਾਂ ਹੀ ਜਿੱਥੇ ਨੰਨਾ ਮੁਕਤਾ ਲਿਖਿਆ ਜਾਂਦਾ ਹੈ, ਉਹ ਨਾਂ ਦਾ ਅੱਧਾ ਉਚਾਰਨ ਹੁੰਦਾ ਹੈ। ਮੋਤੀ ਤਾਂ ਮੰਦਰ ਊਸਰੈ, ਊਸਰੈ ਸ਼ਬਦ ਹੈ, ਇਹਨੂੰ ਊਸਰੈ ਪੜ੍ਹਨਾ। ਇਹਨੂੰ ਊਸਰ ਹੈ ਜਾਂ ਊਸਰ ਹੈ ਇੱਦਾਂ ਨਾ ਪੜ੍ਹਿਓ, ਊਸਰੈ, ਕਿਉਂਕਿ ਬਹੁਵਚਨੀ ਕਿਰਿਆ ਹੈਗੀ ਆ। ਇੱਥੇ ਵਿਸ਼ਰਾਮ ਦੇ ਦਿਓ। ਰਤਨੀ ਤਾਂ ਹੋ ਜੜਾਓ, ਰਤਨੀ ਤਾਂ ਹੋ ਤਾਂ, ਬਸ ਇਹਨੂੰ ਵੀ ਨਹੀਂ ਹੋ ਹੈ, ਹਾਹੇ ਨੂੰ ਹੋੜਾ, ਹਾਹੇ ਨੂੰ ਸਿਹਾਰੀ, ਇਹਨੂੰ ਹੋਹੇ ਇੱਦਾਂ ਨਹੀਂ ਪੜ੍ਹਨਾ, ਹੋ ਹੈ ਇੱਦਾਂ ਨਹੀਂ ਪੜ੍ਹਨਾ। ਇਹਦਾ ਪਾਠ ਹੋ ਹੈ ਇੱਦਾਂ ਕਰਨਾ। ਹਾਹੇ ਨੂੰ ਹੋੜਾ ਇਹ ਲਘੂ ਮਾਤਰਾ ਆ, ਸੌਰੀ ਇਹ ਦੀਰਘ ਮਾਤਰਾ ਆ, ਤੇ ਹਾਹੇ ਨੂੰ ਸਿਹਾਰੀ ਇਹ ਲਘੂ ਮਾਤਰਾ ਆ। ਲਘੂ ਮਾਤਰਾ ਦਾ ਉਚਾਰਨ ਕਈ ਪ੍ਰੇਮੀ ਆਪਣਾ ਹੋਹੇ ਇੱਦਾਂ ਕਰ ਦਿੰਦੇ ਆ, ਮਤਲਬ ਲਘੂ ਨੂੰ ਦੀਰਘ ਰੂਪ ਦੇ ਵਿੱਚ ਉਚਾਰਨ ਕਰ ਦਿੰਦੇ ਆ। ਸੋ ਉਹ ਕੋਈ ਤੁਕਬੰਦੀ ਨਹੀਂ ਬਣਦੀ ਬਹੁਤੀ। ਜੋ ਲਘੂ ਮਾਤਰਾ ਹੈ, ਛੋਟੀ ਮਾਤਰਾ ਆ, ਉਹਦਾ ਉਚਾਰਨ ਵੀ ਆਪਾਂ ਛੋਟਾ ਹੀ ਕਰਨਾ ਹੁੰਦਾ ਹੈ। ਰਤਨੀ ਤਾਂ ਹੋ ਹੈ, ਇਹ ਬਹੁਵਚਨੀ ਕਿਰਿਆ ਹੈ, ਵਰਤਮਾਨ ਕਾਲ ਦੀ ਹੋ ਹੈ। ਜੜਾਓ ਇੱਦਾਂ ਪਾਠ ਕਰਨਾ, ਹੋ ਹੈ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਕਸਤੂਰ ਕੁੰਗੂ, ਇੱਥੇ ਵਿਸ਼ਰਾਮ ਦੇਣਾ। ਅਗਰ ਚੰਦਨ ਵਿਸ਼ਰਾਮ, ਲੀਪ ਆਵੈ ਚਾਓ। ਚਾਓ, ਚਾਊ ਨਹੀਂ ਪੜ੍ਹਨਾ, ਚਾਓ। ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਮਤ ਦੇਖ ਭੂਲਾਂ ਵੀਸਰੈ, ਵੀਸਰੈ ਇੱਥੇ ਵਿਸ਼ਰਾਮ ਦੇਣਾ। ਭੂਲਾਂ ਪੜ੍ਹਨੇ ਨੂੰ ਭੂਲਾ ਨਹੀਂ ਪੜ੍ਹਨਾ। ਕਈ ਪ੍ਰੇਮੀ ਇਹਨੂੰ ਭੂਲਾ ਪੜ੍ਹ ਦਿੰਦੇ ਹਨ। ਦਰਅਸਲ ਇਹ ਕਿਰਿਆ ਉੱਤਮ ਪੁਰਖ ਦੀ ਹੈ। ਭੂਲਾ ਦਾ ਅਰਥ ਵੀ ਮੈਂ ਭੁੱਲ ਜਾਵਾਂ, ਕਿਤੇ ਮੈਂ ਨਾ ਭੁੱਲ ਜਾਵਾਂ। ਮਤ ਦੇਖ ਭੂਲਾਂ ਵਿਸਰੈ, ਇੱਥੇ ਵਿਸ਼ਰਾਮ ਦੇਣਾ। ਤੇਰਾ ਚਿੱਤ ਨਾ ਆਵੈ ਨਾਉ, ਨਾਉ ਪੜ੍ਹਨਾ ਇਹਨੂੰ। ਅੱਗੇ ਹਰ ਬਿਨ, ਇੱਥੇ ਵਿਸ਼ਰਾਮ। ਜੀਓ ਜਲ ਬਲ ਜਾਓ, ਇੱਦਾਂ ਪਾਠ ਕਰਨਾ ਹੈ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਥਾਉ ਪਾਠ ਕਰਨਾ, ਥਾਉ ਨਹੀਂ ਥਾਉ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ। ਧਰਤੀ ਤਾਂ ਹੀਰੇ ਲਾਲ ਜੜਤੀ, ਤਾਂ ਬਸ ਇੰਨਾ ਹੀ ਪਾਠ ਕਰਨਾ, ਤੱਤਾ ਮੁਕਤਾ। ਪਲੰਗ ਲਾਲ ਜੜਾਓ, ਇਹਨੂੰ ਪਲਗ ਕੇ ਪਲਗੀ ਇੱਦਾਂ ਨਹੀਂ ਪਾਠ ਕਰਨਾ। ਪਲੰਗ ਕਿਉਂਕਿ ਪਲੰਗ ਸ਼ਬਦ ਆ, ਪਲੰਗ ਹੁੰਦਾ ਆ। ਪਲੰਗ ਲਾਲ ਜੜਾਓ। ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ। ਮੋਹਣੀ ਮੁਖ ਮਣੀ ਸੋਹੈ, ਇੱਥੇ ਵਿਸ਼ਰਾਮ। ਕਰੇ ਰੰਗ ਪਸਾਓ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ। ਇਹ ਉੱਤਮ ਪੁਰਖ ਦੀ ਗੱਲ ਹੋ ਰਹੀ ਹੈ ਸਾਰੀ ਸ਼ਬਦ ਵਿੱਚ, ਇਸ ਲਈ ਇਹਦੇ ਵਿੱਚ ਜਿੰਨੀਆਂ ਕਿਰਿਆਵਾਂ ਨੇ ਉਹ ਸਾਰੀਆਂ ਉੱਤਮ ਪੁਰਖ ਦੀਆਂ ਨੇ। ਸਿੱਧ ਹੋਵਾ ਨਹੀਂ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ। ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਉ। ਗੁਪਤ ਪ੍ਰਗਟ ਹੋਏ ਬੈਸਾਂ, ਇੱਥੇ ਵਿਸ਼ਰਾਮ। ਲੋਕ ਰਾਖੈ ਭਾਉ, ਰਾਖੈ ਰਾਖੇ ਨਹੀਂ ਰਾਖੈ। ਭਾਉ ਲਾਂ, ਇੱਕ ਲਾਂ ਤੇ ਦੋ ਲਾਵਾਂ, ਇਹਨਾਂ ਦਾ ਫਰਕ ਚੇਤਾ ਰੱਖਣਾ ਹੈ ਆਪਣੀਆਂ ਨੇ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਸੁਲਤਾਨ ਹੋਵਾਂ, ਹੋਵਾਂ ਮੇਲ ਲਸ਼ਕਰ, ਲਸ਼ਕਰ। ਤਖਤ ਰਾਖਾਂ ਪਾਉ। ਫਿਰ ਤੋਂ ਸੁਣੋ, ਸੁਲਤਾਨ ਹੋਵਾਂ ਮਤਲਬ ਵੀ ਮੈਂ ਸੁਲਤਾਨ ਬਣ ਜਾਵਾਂ ਭਾਵੇਂ। ਮੇਲ ਲਸ਼ਕਰ, ਲਸ਼ਕਰ ਨੂੰ ਮੇਲ ਕੇ ਲੈ ਆਵਾਂ। ਤਖਤ ਰਾਖਾਂ ਪਾਉ, ਤੇ ਤਖਤ ਦੇ ਉੱਪਰ ਲਿਆ ਕੇ ਮੈਂ ਆਪਣਾ ਪੈਰ ਰੱਖ ਲਵਾਂ, ਮਤਲਬ ਕੋਈ ਏਡਾ ਵੱਡਾ ਬਣ ਜਾਵਾਂ। ਉੱਤਮ ਪੁਰਖ ਦੀ ਗੱਲ ਹੋ ਰਹੀ ਹੈ। ਸੁਲਤਾਨ ਹੋਵਾਂ ਵਿਸ਼ਰਾਮ, ਮੇਲ ਲਸ਼ਕਰ, ਲਸ਼ਕਰ ਵਿਸ਼ਰਾਮ। ਤਖਤ ਰਾਖਾਂ ਪਾਉ।
हुक्म हासिल करी बैठा, हुक्म हासिल करी बैठा, नानका सब वाओ, मत देख भूलां विसरै, तेरा चित ना आवै नाओ। इदा पाठ करना है। अगे है श्री राग महला पहला। कोट कोटि मेरी आरजा, पवन पीण अप्याओ, अप्याओ। इदा पाठ करना है। चंद सूरज दोए गुफै ना देखा, सुपनै सौण ना थाऊं। चंद सूरज दोए गुफै ना देखा, विश्राम का ध्यान देना। जिथे असी हल्का जिहा रुकते हैं, पौज दिंदे हां हल्का जिहा तुक पढ़न वेले, उत्थे आप जी ने समझ लेना कि इत्थे विश्राम है, इत्थे साह लै लेना, भाव थोड़ा विश्राम दे देना। जिवें चंद सूरज दोए गुफै ना देखा, सुपनै सौण ना थाऊं। भी तेरी कीमत ना पवै, हऊँ केवड आखां नाऊं। हाउ केवड, हाउ नहीं पढ़ना इहनूं, हाउ मतलब अपनी गल हो रही है। हऊँ केवड आखां, मैं किवें आखां, किन्ना वड्डा सलाहां। हऊँ केवड आखां नाऊं, साचा निरंकार निज थाएं। साचा निरंकार निज थाएं, सुण सुण आखण आखणा, जे भावै करे तमाए। सुण सुण, नाणे नूं सिहारी लगी हुई है, इहनूं पूर्ण किरदंत बना दिंदी है। इहदा अर्थ निकलदा है सुण के। सुण सुण मतलब सुण सुण के ये अर्थ बनता है। ये जिहड़ियां मात्रावां ने अर्थां दीयां सूचक ने। आखण आखणा, जे भावै करे तमाए। कुसां कटियां वार वार, पीसण पीसां पाए। कुसां भी मैं कुसिया, कोया जावां, मैं कोया जावां, अपनी गल हो रही है। कट्टियां मैनू कट्टिया जावे, मैं कट्टिया जावां। वार वार पीसण पीसां पाए, मैं पीसण पीसां, पीसण पीसण लई मैनू पाया जावे, है ना। अग्गी सेती जालियां, भस्म सेती रल जाऊं। अग्गी मतलब अग नाल, सेती जालियां इदा पढ़ना है। भस्म सेती रल जाऊं, भी तेरी कीमत ना पवै, हऊँ केवड आखां नाऊं। पंखी होए कै जे भवां, होए कै, होए के नहीं पढ़ना, होए कै जे भवां, सै असमानी जाऊं। नदरी किसै ना आवऊं, ना किछ पिया ना खाऊं। नदरी किसै ना आवऊं, ना किछ पिया ना खाऊं, ना पीवां ना कुछ खावां। उत्तम पुरख की गल। भी तेरी कीमत ना पवै, हऊँ केवड आखां नाऊं। नानक कागद लख मना, पढ़ पढ़ कीचै भाओ। पढ़ पढ़, इत्थे पढ़न की गल हो रही है, इनू पढ़ पढ़ नहीं कहना, पढ़ पढ़ कीचै भाओ। मसू तोट ना आवई, लेखन पाउण चलाऊं। मसू तोट ना आवई, लेखन पाउण चलाऊं। भी तेरी कीमत ना पवै, हाँ केवड आखां नाऊं। श्री राग महला पहला। लेखै बोलण बोलना, लेखै खाना खाओ। लेखै वाट चलाइया, लेखै सुन वेखाओ। लेखै साह लवाइयै, पढ़े के पुछण जाओ। साह लवाइयै, साह लवाइयै ले जाते हैं। पढ़े के पुछण जाओ, बाबा माया रचना धो। बाबा इत्थे विश्राम, माया रचना धो। धोहो इदां नहीं पाठ करना, धो हाही नौकड़ जिहड़ा है इहदे एक वचन होने का सूचक आ। अंधै नाम विसारिया, ना तिस ए ना ओ। अंधै नाम विसारिया, ना तिस ए ना ओ। तिस दे सस्से नूं औंकड़ एक वचन पुलिंग का सूचक है जी। ए ना ओ, इनू ए ना ओहो इदां नहीं पाठ करना। हाही नूं औंकड़ जिहड़ा ओहदे हाही नूं औंकड़ एक वचन पुलिंग का सूचक आ। जीवन मरना जाए कै, इथै खाजै काल। जिथै बह समझाइए, तिथै कोई न चलिओ नाल। जिथै बह समझाइए, बह मतलब बैठ के, समझाइए
ਇੱਥੇ ਵਿਸ਼ਰਾਮ ਦੇਣਾ। ਤਿੱਥੈ ਕੋਇ ਨਾ ਚੱਲਿਓ ਨਾਲ, ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾਲ, ਸਭ ਕੋ ਆਖੈ ਬਹੁਤ ਬਹੁਤ ਘਟ ਨਾ ਆਖੈ ਕੋਏ, ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ। ਪਾਈਆ, ਇਹਨੂੰ ਪਾਈਆਂ ਨਹੀਂ ਪੜ੍ਹਨਾ, ਇੱਥੇ ਬਿੰਦੀ ਨਹੀਂ ਲਾਉਣੀ। ਕੀਮਤ ਕਿਨੈ ਨਾ ਪਾਈਆ ਮਤਲਬ ਇੱਕ ਬਚਨ ਦੀ ਗੱਲ ਹੈ, ਕੀਮਤ ਕਿਸੇ ਨੇ ਨਹੀਂ ਪਾਈ। ਕਹਿਣ ਨਾ ਵੱਡਾ ਹੋਏ, ਸਾਚਾ ਸਾਹਿਬ ਏਕ ਤੂੰ, ਹੋਰ ਜੀਆਂ ਕੇਤੇ ਲੋ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਵੱਡਿਆਂ ਸਿਉ ਕਿਆ ਰੀਸ। ਜਿੱਥੈ ਨੀਚ ਸੰਭਾਲੀਅਨ, ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼, ਬਖਸ਼ੀਸ਼ ਪੜ੍ਹਨਾ ਇਹਨੂੰ ਆਪਾਂ। ਅੱਗੇ ਸ੍ਰੀ ਰਾਗ ਮਹਲਾ ਪਹਿਲਾ। ਲੱਭ ਕੁੱਤਾ, ਇਹਨੂੰ ਕੁੱਤਾ ਨਾ ਪੜਿਓ, ਕੁੱਤਾ ਜਿਹੜਾ ਜਾਨਵਰ ਹੁੰਦਾ ਨਾ ਕੁੱਤਾ, ਉਹਦੀ ਗੱਲ ਇੱਥੇ ਹੋ ਰਹੀ ਆ। ਲੱਭ ਕੁੱਤਾ, ਕੂੜ ਚੂਹੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਵਿਸ਼ਰਾਮਾਂ ਦਾ ਧਿਆਨ ਰੱਖਣਾ, ਜਿੱਥੇ ਜਿੱਥੇ ਅਸੀਂ ਹਲਕਾ ਹਲਕਾ ਪੌਜ਼ ਦੇ ਰਹੇ ਹਾਂ, ਰੁਕ ਰਹੇ ਹਾਂ, ਉੱਥੇ ਉੱਥੇ ਵਿਸ਼ਰਾਮ ਆਪ ਜੀਆਂ ਨੇ ਗੌਰ ਰੱਖਣੀ। ਪੋਥੀ ਸਭ ਲੈ ਕੇ ਬੈਠੋਗੇ ਤੇ ਉਹਦੇ ਉੱਪਰ ਆਪ ਜੀ ਨੇ ਗੌਰ ਰੱਖਣੀ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬਹਿ ਰੋਏ। ਇਹਦਾ ਪਾਠ ਕਰਨਾ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸ਼ਰੀਰ ਕੇ ਕੈ ਘਟ ਨਾਮ ਨਿਵਾਸ। ਜਿੱਥੈ ਬੋਲਿਐ, ਮਾਫ ਕਰਨਾ, ਜਿਤ ਬੋਲਿਐ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਜਿਤ ਬੋਲਿਐ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਫਿੱਕਾ ਬੋਲ ਬਿਗੁਚਣਾ, ਸੁਣ ਮੂਰਖ ਮਨ ਅਜਾਨ। ਫਿੱਕਾ ਬੋਲ ਬਿਗੁਚਣਾ, ਇੱਥੇ ਵਿਸ਼ਰਾਮ। ਸੁਣ ਮੂਰਖ ਮਨ ਅਜਾਨ। ਜੋ ਤਿਸ ਭਾਵੈ ਸੇ ਭਲੇ, ਜੋ ਤਿਸ ਭਾਵੈ ਬਹੁਵਚਨੀ ਕਿਰਿਆ ਹੈ, ਭਾਵੈ ਸੇ ਭਲੇ। ਹੋਰ ਕੇ ਕਹਿਣ ਵਖਾਣ, ਕਹਿਣ ਵਖਾਣ। ਤਿਨ ਮਤ ਤਿਨ ਪਤ ਤਿਨ ਧਨ ਪੱਲੇ, ਜਿਨ ਹਿਰਦੈ ਰਹਿਆ ਸਮਾਏ। ਤਿਨ ਕਾ ਕਿਆ ਸਲਾਹਣਾ, ਤਿਨ ਕਾ ਕਿਆ ਸਲਾਹਣਾ, ਅਵਰ ਸਵਾਲਿਓ ਕਾਏ। ਨਾਨਕ ਨਦਰੀ ਬਾਹਰੇ, ਰਾਚੈ ਦਾਨ ਨਾ ਨਾਏ, ਰਾਚੈ ਦਾਨ ਨਾ ਨਾਏ। ਸ੍ਰੀ ਰਾਗ ਮਹਲਾ ਪਹਿਲਾ। ਅਮਲ ਗਲੋਲਾ ਕੂੜ ਕਾ, ਦਿੱਤਾ ਦੇਵਨਹਾਰ। ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ, ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿਨ ਸੋਫੀਆਂ, ਸੋਫੀਆਂ ਜਿਹੜੇ ਅਮਲੀ ਨਹੀਂ ਹੈਗੇ, ਸੋਫੀ ਨੇ, ਉਹਨਾਂ ਦੀ ਗੱਲ ਹੋ ਰਹੀ ਆ। ਸੱਚ ਮਿਲਿਆ ਤਿਨ ਸੋਫੀਆਂ, ਰਾਖਣ ਕਉ ਦਰਬਾਰ। ਨਾਨਕ ਸਾਚੇ ਕਉ ਸੱਚ ਜਾਣ। ਨਾਨਕ ਤੇ ਵਿਸ਼ਰਾਮ ਦੇ ਕੇ, ਨਾਨਕ ਸਾਚੇ ਕਉ ਸੱਚ ਜਾਣ। ਜਿਤ ਸੇਵਿਐ ਸੁਖ ਪਾਈਐ, ਤੇਰੀ ਦਰਗਾਹ ਚੱਲੈ ਮਾਨ। ਜਿਤ ਸੇਵਿਐ, ਸੇਵਿਐ ਸੇਵੀਐ ਨਹੀਂ ਪੜ੍ਹਨਾ, ਸੇਵਿਐ। ਸੁਖ ਪਾਈਐ, ਤੇਰੀ ਦਰਗਾਹ ਚੱਲੈ ਮਾਨ। ਰਹਾਉ। ਸੱਚ ਸਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਉ। ਸੁਣੈ ਵਖਾਣੈ ਜੇਤੜੇ, ਸੁਣ ਹੈ ਵਖਾਣ ਹੈ ਨਹੀਂ, ਸੁਣੈ ਵਖਾਣੈ ਬਹੁਵਚਨੀ ਕਿਰਿਆਵਾਂ ਹਨ। ਸੁਣੈ ਵਖਾਣੈ ਜੇਤੜੇ, ਹਉ ਤਿਨ ਬਲਿਹਾਰੈ ਜਾਉ। ਤਾਂ
मन खीवा जाणीਐ ਜਾਂ ਮਹਿਲੀ ਪਾਏ ਥਾਉ। ਤਾਂ ਇਹ ਯੋਜਕੀ ਰੂਪ ਆ। ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ। ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ। ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ। ਤਾਂ ਮੁਖ ਹੋਵੈ ਉਜਲਾ ਲਖ ਦਾਤੀ ਇੱਕ ਦਾਤ। ਤਾਂ ਮੁਖ ਹੋਵੈ ਉਜਲਾ ਲਖ ਦਾਤੀ। ਦਾਤੀ ਦਾਤਾਂ ਦੀ ਗੱਲ ਹੋ ਰਹੀ ਹੈ ਇੱਥੇ, ਦਾਤੀ ਨਹੀਂ ਕਹਿਣਾ। ਦਾਤੀ ਹੁੰਦੀ ਹੈ ਨਾ ਵੱਢਣ ਵਾਲੀ ਦਾਤੀ, ਉਸ ਦਾਤੀ ਦੀ ਗੱਲ ਨਹੀਂ ਹੋ ਰਹੀ ਇੱਥੇ। ਇੱਥੇ ਦਾਤੀ ਦਾਤਾਂ ਦੀ ਗੱਲ ਹੋ ਰਹੀ ਹੈ, ਇਸ ਲਈ ਆਪਾਂ ਇਸ ਨੂੰ ਨਾਸਕੀ ਬੋਲਾਂਗੇ। ਲਖ ਦਾਤੀ ਇੱਕ ਦਾਤ। ਦੁਖ ਤਿਸੈ ਪਹਿ ਆਖੀਐ ਸੂਖ ਜਿਸੈ ਹੀ ਪਾਸ। ਆਖੀਐ ਬਹੁਵਚਨੀ ਕਿਰਿਆ ਹੈ। ਸੋ ਕਿਉ ਮਨੋ ਵਿਸਾਰੀਐ। ਸੋ ਕਿਉ ਮਨੋ ਵਿਸਾਰੀਐ। ਮਨੋ ਨੰਨੇ ਨੂੰ ਹੋੜਾ ਹਾਹਾ ਅੱਧਾ ਉਚਾਰਨ ਹੈ ਜਿਹੜਾ, ਮਨੋ ਇੱਦਾਂ ਉਚਾਰਨ ਕਰਨਾ। ਵਿਸਾਰੀਐ ਜਾ ਕੇ ਜੀ ਪ੍ਰਾਣ। ਜੀਆ ਪ੍ਰਾਣ ਕਹਿਣ ਦੀ ਲੋੜ ਨਹੀਂ, ਜੀ ਪ੍ਰਾਣ। ਇਹ ਜੀ ਸ਼ਬਦ ਦਾ ਉਚਾਰਨ ਲਮਕਾਉਣ ਵਾਸਤੇ ਐੜਾ ਮੁਕਤਾ ਨਾਲ ਦਿੱਤਾ ਹੋਇਆ ਵਾ। ਤਿਸ ਵਿਣ ਸਭ ਅਪਵਿੱਤਰ ਹੈ। ਅਪਵਿੱਤਰ ਹੈ, ਪਵਿੱਤਰ ਰਾਰਾ ਹੈ ਜਿਹੜਾ ਤੱਤੇ ਦੇ ਪੈਰ ਵਿੱਚ ਹੈ, ਇਸ ਲਈ ਆਪਾਂ ਇਸ ਦਾ ਉਚਾਰਨ ਓਨਾ ਹੀ ਦੇਵਾਂਗੇ। ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਨ। ਪਹਿਨਣ ਖਾਨ। ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਨ। ਸ੍ਰੀ ਰਾਗ ਮਹਲਾ ਪਹਿਲਾ। ਜਾਲ ਮੋਹ, ਮੋਹੋ ਨਹੀਂ ਕਹਿਣਾ, ਮੋਹ। ਘਸ ਮਸ ਕਰ ਮਤ ਕਾਗਦ ਕਰ ਸਾਰ। ਭਾਉ ਕਲਮ ਕਰ ਚਿੱਤ ਲਿਖਾਰੀ। ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਾਲਾਹ ਲਿਖ। ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ। ਤਿੱਥੈ ਹੋਏ ਸੱਚਾ ਨਿਸ਼ਾਨ। ਨਿਸ਼ਾਨ ਨਿਸ਼ਾਨ ਲੱਗ ਜਾਣਾ। ਜਿੱਥੈ ਮਿਲੈ ਵਡਿਆਈਆਂ। ਮਿਲੈ ਬਹੁਵਚਨੀ ਕਿਰਿਆ, ਵਡਿਆਈਆਂ ਬਹੁਵਚਨ। ਜਿੱਥੈ ਮਿਲੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ। ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਓ ਦਵਾਓ। ਕਰਮ ਮਿਲੈ ਤਾਂ ਪਾਈਐ। ਤਾਂ ਪਾਈਐ ਨਾਹੀ ਗੱਲੀ, ਇਹਨੂੰ ਗਲੀ ਨਹੀਂ ਪੜ੍ਹਨਾ, ਗੱਲੀ ਮਤਲਬ ਗੱਲਾਂ ਨਾਲ, ਗੱਲਾਂ ਦੁਆਰਾ ਕਰਨ ਕਰਕੇ ਇਹ ਬਹੁਵਚਨ ਹੈ, ਇਸ ਲਈ ਆਪਾਂ ਇਸ ਦਾ ਉਚਾਰਨ ਗੱਲੀ ਕਰਾਂਗੇ। ਨਾਹੀ ਗੱਲੀ ਵਾਓ ਦਵਾਓ। ਇੱਕ ਆਵੈ ਇੱਕ ਜਾਂ ਉੱਠ। ਇੱਕ ਆਵੈ ਕਈ ਆਉਂਦੇ ਹਨ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਇੱਕ, ਇਹਦਾ ਅਰਥ ਹੈ ਕਈ। ਇੱਕ ਆਵੈ ਇੱਕ ਜਾਂ ਉੱਠ। ਜਾਂ ਉੱਠ ਇਹ ਵੀ ਬਹੁਵਚਨੀ ਕਿਰਿਆ ਹੈ, ਇਹਦਾ ਉਚਾਰਨ ਵੀ ਆਪਾਂ ਨਾਸਕੀ ਕਰਾਂਗੇ। ਜੱਜੇ ਨੂੰ ਕੰਨਾ, ਹਾਹੇ ਨੂੰ ਸਿਹਾਰੀ, ਉੱਤੇ ਬਿੰਦੀ, ਇਸ ਰੂਪ ਦੇ ਵਿੱਚ ਉਚਾਰਨ ਹੋਏਗਾ। ਜਾ ਇੱਕ ਆਵੈ ਇੱਕ ਜਾਹ ਉੱਠ। ਰੱਖੀਆਂ ਨਾਮ ਸਲਾਰ। ਰੱਖੀਆਂ ਰੱਖੇ ਜਾਂਦੇ ਹਨ, ਨਾਮ ਸਲਾਰ। ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਵੱਡੇ ਦਰਬਾਰ। ਅੱਗੇ ਗਿਆ ਜਾਣੀਐ। ਅੱਗੇ ਗਿਆ ਜਾਣ ਤੋਂ ਬਾਅਦ ਹੀ। ਅੱਗੇ ਗਿਆ ਜਾਣੀਐ ਵਿਣ ਨਾਵੈ ਵੇਕਾਰ। ਭੈ ਤੇਰਾ ਡਰ ਅਗਲਾ ਖਪ ਖਪ ਛਿਜੈ ਦੇ। ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿਠੇ ਖੇ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਸ੍ਰੀ ਰਾਗ ਮਹਲਾ ਪਹਿਲਾ। ਸਭ ਰਸ ਮਿੱਠੇ ਮੰਨਿਐ ਸੁਣਿਐ ਸਾ ਲੋਣੇ। ਖਟ ਤੁਰਸ਼ੀ ਮੁਖ ਬੋਲਣਾ ਮਾਰਨ ਨਾਦ ਕੀਏ। 36 ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ। 36 ਅੰਮ੍ਰਿਤ, 36 ਹੀ
इदां नहीं पढ़ना। 36 अमृत भाव एक जाको नदर करे, बाबा होर खाना खुशी खुआर। जित खादा तन पीड़ी है, मन मह चलें विकार। मन मह चलें विकार। रत्ता पहनन मन रत्ता, सुपेदी सतदान। नीली स्याही कदा करनी, पहरन पैर ध्यान। कमरबंद संतोख का। कमरबंद दद्दे नूं औंकड़ है, एक वचन पुलिंग का सूचक है। कमरबंद संतोख का, धन जोबन तेरा नाम। बाबा होर पहनन खुशी खुआर। पहनन नन्ना ते नाणा दो अखर ने, उचारण आप जी ने ध्यान च रखना। होर पहनन खुशी खुआर, खुशी खुआर। जित पैदा तन पीड़ी है, मन मह चलें विकार। कई लोग पैंदा पढ़ देंगे, पैंदा की लोड़ नहीं, पैदा। तन पीड़ी है, मन मह चलें विकार। घोड़े पाखर सोने साखत, बूझण तेरी वाट। तरकश तीर कमान सांग, तेग बंद गुण धात। वाजा नेजा पत स्यों प्रगट, कर्म तेरा मेरी जात। बाबा होर चढ़ना खुशी खुआर। जित चढ़िया तन पीड़ी है, इत्थे सवारियां की गल हो रही है। जित चढ़िया तन पीड़ी है, मन मह चलें विकार। रहाओ। घर मंदिर खुशी नाम की, नदर तेरी परवार। हुक्म सोई तुद भावसी, होर आखन बहुत अपार। नानक सच्चा पातशाह पूछ न करे विचार। नानक इत्थे विश्राम। सच्चा पातशाह पूछ न करे विचार। बाबा होर सौना खुशी खुआर। जित सुतै तन पीड़ी है, मन मह चलें विकार। रहाओ। श्री राग महला पहला। कुंगू की काया रत्ना की ललता, अगरवास तन सास। 68 तीर्थ का मुख टिक्का, तित घट मत विगास। ओत मत्ती सालाहना, सच नाम गुणतास। बाबा होर मत होर। जे सौ वेर कमाईऐ, कूड़ा कूड़ा जोर। पूज लगे पीर आखीऐ, सब मिलै संसार। नाउ सदाए अपना, होवै सिद्ध शुमार। जां पत लेखै ना पवै, सभा पूज खुआर। सभा पूज मतलब सारी पूजा कीती हुई, इहनूं सभा नहीं कहना। सभा कोई होर चीज़ हुंदी है, जिवें संत सभा जयकारो, सभा की गल है। सभा सस्से ते अधक ला के भब्बे नूं करना, जोर दी बोलना। सभा मतलब सारा ही, सारा कुछ। इकट्ठ वाचक रूप दे विच इह शब्द आ जांदा। सो इत्थे आपां पढ़ना है सभा पूज खुआर, सारी ही पूजा खुआर है। जिन को सतगुर थापिया, तिन मेट न सकै कोय। जिन को सतगुर थापिया, तिन मेट न सकै कोय। उन्हां अंदर नाम निधान है, नामों प्रगट होए। नाउ पूजिए नाउ मन्निए, अखंड सदा सच सोए। खेहू खे रलाइए, तां कि जियो केहा होए। खेहू खे रलाइए, तां जियो केहा होए। जलियां सब सियाणपां, उठी चलिया रोए। नानक इत्थे विश्राम। नाम विसारे है, विसारे है, विसारी है नहीं, विसारे है। दर गया क्या होए। दर गया मतलब दर उपर जाण तो बाद, मतलब जिहड़ी भविख काल की क्रिया की गल हो रही है। दर गया जदों दर उपर जावांगे, क्या होए, की होवेगा। श्री राग महला पहला। गुणवंती गुण वीथरै, औगणवंती झूर। जे लोड़ै वर कामणी, नह मिलिए फिर कूर।
नह मिलिए फिर कूर। ना बेड़ी ना तुलहड़ा ना पाइए फिर दूर। मेरे ठाकुर पूरै तख्त अडोल। तख्त अडोल पूरा शब्द है जिहड़ा ये विशेषण आ, ये ठाकुर का विशेषण है। इस लई आपां विश्राम पूरा ते देवांगे। पूरा तख्त अडोल आम तौर ते इदां पढ़िया जांदा ना, मेरा ठाकुर पूरा तख्त अडोल इदां पढ़िया जांदा, पर मेरे ठाकुर पूरा तख्त अडोल मतलब हे मेरे पूरे ठाकुर तेरा तख्त अडोल है। इसलिए पूरा उपर आपां विश्राम देंगे। गुरमुख पूरा जे करे पाइए साच अतोल रहाओ। प्रभ हर मंदर सोहना तिस मह मानक लाल। मोती हीरा निर्मला कंचन कोट रीसाल। बिन पौड़ी गढ़ क्यों चढ़ो गुर हर ध्यान निहाल। गुर हर ध्यान निहाल। गुर पौड़ी बेड़ी गुरु गुर तुलहा हर नाओ। गुर सर सागर बोहित हो गुर तीर्थ दरियाओ। जे तिस भावै उजली सत सर नहावन जाओ। पूरो पूरो आखिए पूरै तख्त निवास। पूरै थान सुहावणै पूरै आस निरास। नानक पूरा जे मिलै क्यों घाटै गुणतास। नानक पूरा जे मिलै, नानक शब्द ते विश्राम दे देना इत्थे। नानक पूरा जे मिलै क्यों घाटै गुणतास। श्री राग महला पहला। इस तो बाद शब्द शुरू होंदा अगे। आवो भैणे गल मिलै अंक सहेलड़िया। आवो भैणे, आवो भैणे गल मिलै, मिलै मम्मे नूं सिहारी लला हाहा। ये असल विच उत्तम पुरख की बहुवचनी क्रिया है। जे इत्थे मम्मे नूं सिहारी लला हाहे नूं सिहारी आ जाती, पढ़दे आपां फिर भी इनू मिलै, फिर इन्हें उत्तम पुरख की क्रिया नहीं सी रहना, बहुवचन तो इन्हें रहना ही रहना सी, फिर इन्हें अनपुरख की बन जाना सी। पर इत्थे गुरबाणी के अंदर यह विधान वरत्या गया कि जो उत्तम पुरख फस्ट परसन की बहुवचनी क्रिया होंदी है तो गुरु साहब उहदे अंत विच हाहा मुक्ता ला दिंदे ने। हाहे नूं कोई मात्रा नहीं लाउंदे, ना औंकड़ ना सिहारी, क्रिया शब्द विच जदों उहनूं उत्तम पुरख की क्रिया रूप दे विच रखना हुंदा है, वर्तमान काल रूप दे विच रखना हुंदा है। तां हुण महाराज कहंदे आवो भैणे गल मिलै अंक सहेलड़ियां। गल, इनू गल नहीं पढ़ना, गल गल मिलना, गले मिलना नहीं हुंदा, गले लगना हुंदा, वो गल हो रही है। अंक सहेलड़ियां, इनू सहेलड़ी आहा नहीं पढ़ना। कई प्रेमी ना सहेलड़ी आहा पढ़ दिंदे आ, आहा पढ़न की लोड़ नहीं है। इत्थे ये बहुवचन शब्द है तो इनू बहुवचन रूप दे विच रखण दे लई अंत विच हाहा लाया गया। पूरे दे पूरे शब्द अंदर आरंभ की जिहड़ी अपना आपां इस तो पहला सैगमेंट जिहड़ा कीता सी, वीडियो रिकॉर्ड कीती सी, उहदे विच आपां इह गल समझी सी कि गुरबाणी की लिखण शैली भी नवीन है, पूरी अपनी है, कितों कापी नहीं की गई, कितों नकल नहीं मारी गई। गुरु साहब ने बिल्कुल नवीन न्यारे ते निराले तरीके नाल गुरु ग्रंथ साहब जी की बाणी की संपादना की आ। पाठ जुगत की वो पाठ जुगत बिल्कुल नवीं है, न्यारी है। किसी होर धर्म ग्रंथ विच आपां नूं वो व्याकरण नेम विधान प्राप्त नहीं हुंदे जो गुरु ग्रंथ साहब जी की बाणी अंदर वरते गए ने। गुरु ग्रंथ साहब जी की बाणी का व्याकरण अपना है, विधान अपना है, बस वो विधान अपना न्यारा होने करके कई बार आपां नूं समझ नहीं पैंदा। इसलिए पाठ करन वेले कई प्रेमी सज्जणां नूं समस्या आउंदी है ते उचारण करन वेले फिर वो कई जिहड़े प्रेमी सज्जण हन वो आसे पासे जिहड़ी है आस रखदे, उम्मीद रखदे भी कोई साडी सहायता कर देवेगा। सो इसे लोड़ नूं मुख रखदे आपां ने कारज शुरू कीता होया, काम शुरू कीता होया। हुण महाराज कहण लगे आवो भैणे गल मिलै अंक सहेलड़ियां। मिल कै करें कहानियां करें। इत्थे भी तुसी देखो कक्का रारा हाहा लिखिया गया, किसी अखर नूं कोई मात्रा कोई लाग नहीं लाई गई, पर क्योंकि क्रिया है उत्तम पुरख की है, बहुवचनी है, इसलिए आपां इसका पाठ करांगे। मिल कै करें कहानियां
करें कहानियां। ਸਮਰਥ ਕੰਤ ਕੀਆਂ, ਸਮਰਥ ਕੰਤ ਕੀਆਂ, ਮੰਮੇ ਦੇ ਪੈਰ 'ਚ ਰਾਰਾ ਲੱਗਿਆ ਹੋਇਆ, ਇਸ ਲਈ ਆਪਾਂ ਇਸ ਨੂੰ ਸਮਰਥ ਕੰਤ ਕੀਆਂ ਇੱਦਾਂ ਪੜਾਂਗੇ। ਕੀਆਂ ਭਾਵ ਦੀਆਂ। ਸਾਚੇ ਸਾਹਿਬ ਸਭ ਗੁਣ, ਇੱਥੇ ਵਿਸ਼ਰਾਮ ਦੇਾਂਗੇ। ਔਗਣ ਸਭ ਅਸਾਂ, ਵੀ ਸੱਚੇ ਸਾਹਿਬ ਦੇ ਵਿੱਚ ਤੇ ਸਾਰੇ ਗੁਣ ਹੀ ਗੁਣ ਹਨ ਤੇ ਔਗਣ ਤਾਂ ਸਾਰੇ ਸਾਡੇ ਵਿੱਚ ਹੀ ਹਨ। ਸਾਚੇ ਸਾਹਿਬ ਸਭ ਗੁਣ, ਇੱਥੇ ਵਿਸ਼ਰਾਮ। ਔਗਣ ਸਭ ਅਸਾਂ, ਕਰਤਾ ਸਭ ਕੋ ਤੇਰਾ ਜ਼ੋਰ, ਕਰਤਾ ਇੱਥੇ ਵਿਸ਼ਰਾਮ। ਸਭ ਕੋ ਤੇਰਾ ਜ਼ੋਰ, ਏਕ ਸ਼ਬਦ ਵਿਚਾਰੀਐ ਜਾ ਤੂੰ ਤਾਂ ਕਿਆ ਹੋਰ। ਏਕ ਸ਼ਬਦ ਵਿਚਾਰੀਐ, ਸ਼ਬਦ ਵਿਚਾਰੀਐ, ਬੱਬੇ ਨਾਲ ਵਿਚਾਰੀਐ ਲਿਖਿਆ ਹੋਇਆ। ਜਾਂ ਤੂੰ ਤਾਂ ਕਿਆ ਹੋਰ, ਜਾਂ ਤੂੰ ਤਾਂ ਕਿਆ ਹੋਰ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ। ਸ਼ਿੰਗਾਰੀਆਂ, ਇਹਨੂੰ ਸਿਗਾਰੀਆਂ ਨਹੀਂ ਪੜ੍ਹਨਾ, ਸ਼ਿੰਗਾਰੀਆਂ। ਮਿੱਠਾ ਬੋਲਣੀ, ਪਿਰ ਰੀਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਪਿਰ ਰੀਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਤਾਂ ਤੇ ਜਾਂ ਇੱਥੇ ਯੋਜਕੀ ਰੂਪ ਹਨ ਤੇ ਆਪਾਂ ਇਹਨਾਂ ਦਾ ਉਚਾਰਨ ਬਿੰਦੀ ਲਾ ਕੇ ਕਰਾਂਗੇ। ਅੱਗੇ ਹੈ ਜੀ, ਕੇਤੀਆਂ ਤੇਰੀਆਂ ਕੁਦਰਤੀ, ਕੇਵਡ ਤੇਰੀ ਦਾਤ। ਕੇਤੇ ਤੇਰੇ ਜੀ ਜੰਤ, ਸਿਫਤ ਕਰੈਂ ਦਿਨ ਰਾਤ। ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ। ਸੱਚ ਮਿਲੈ ਸੱਚ ਊਪਜੈ, ਸੱਚ ਮਹਿ ਸੱਚ ਸਮਾਏ। ਸੁਰਤ ਹੋਵੈ ਪਤ ਊਗਵੈ, ਗੁਰਬਚਨੀ ਭਉ ਖਾਏ। ਨਾਨਕ ਸੱਚਾ ਪਾਤਸ਼ਾਹ, ਆਪੇ ਲਏ ਮਿਲਾਏ। ਸ੍ਰੀ ਰਾਗ ਮਹਲਾ ਪਹਿਲਾ। ਭਲੀ ਸਰੀ ਜੇ ਉਬਰੀ, ਹਉਮੈ ਮੂਈ ਘਰਾ। ਘੱਗਾ ਰਾਰੇ ਨੂੰ ਕਰਨਾ ਹਾਹੇ ਔਂਕੜ, ਇੱਕ ਵਚਨ ਦੀ ਨਿਸ਼ਾਨੀ ਹੈ ਜੀ, ਘਰਾਂ। ਤੇ ਇਹ ਜਿਹੜਾ ਸ਼ਬਦ ਹੈ ਇਹਨੂੰ ਕਾਰਕੀ ਪੱਖ ਤੋਂ ਆਪਾਂ ਅਧਿਕਰਨ ਕਾਰਕ ਰੂਪ ਦੇ ਵਿੱਚ ਮੰਨਦੇ ਹਾਂ। ਇਸ ਲਈ ਆਪਾਂ ਇਸ ਦਾ ਉਚਾਰਨ ਘਰਾਹੋ ਕਰਨ ਦੀ ਬਜਾਏ ਘਰਾਂ ਉਚਾਰਨ ਕਰਦੇ ਹਾਂ। ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਵਿਸਾਹ। ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਵਿਸਾਹ। ਵਿਸਾਹੋ ਨਹੀਂ ਪੜਾਂਗੇ ਆਪਾਂ, ਵਿਸਾਹ। ਹਾਹੇ ਨੂੰ ਔਂਕੜ, ਇੱਕ ਵਚਨ ਪੁਲਿੰਗ ਹੋਣ ਦੀ ਨਿਸ਼ਾਨੀ ਹੈ। ਕਲਪ ਤਿਆਗੀ ਬਾਦ ਹੈ, ਸੱਚਾ ਬੇਪਰਵਾਹ। ਇਹਨੂੰ ਵੀ ਬੇਪਰਵਾਹੋ ਨਹੀਂ ਪੜਾਂਗੇ, ਬੇਪਰਵਾਹ। ਮਨ ਰੇ ਸੱਚ ਮਿਲੈ ਭਉ ਜਾਏ, ਭੈ ਬਿਨ ਨਿਰਭਉ ਕਿਉ ਥੀਐ। ਗੁਰਮੁਖ ਸ਼ਬਦ ਸਮਾਏ ਰਹਾਉ। ਕੇਤਾ ਆਖਣ ਆਖੀਐ, ਆਖਣ ਤੋਟ ਨਾ ਹੋਏ। ਮੰਗਣ ਵਾਲੇ ਕੇਤੜੇ, ਦਾਤਾ ਏਕੋ ਸੋਏ। ਜਿਸਕੇ ਜੀ ਪ੍ਰਾਨ ਹੈ, ਮਨ ਵਸਿਐ ਸੁਖ ਹੋਏ। ਜਗ ਸੁਪਨਾ ਬਾਜ਼ੀ ਬਨੀ, ਖਿਨ ਮਹਿ ਖੇਲ ਖਿਲਾਏ। ਸੰਜੋਗੀ ਮਿਲ ਏਕ ਸੇ, ਵਿਜੋਗੀ ਉਠ ਜਾਏ। ਜੋ ਤਿਸ ਭਾਣਾ ਸੋ ਥੀਐ, ਅਵਰ ਨ ਕਰਣਾ ਜਾਏ। ਗੁਰਮੁਖ ਵਸਤ ਵਿਸਾਹੀਐ, ਸੱਚ ਵਖਰ ਸੱਚ ਰਾਸ। ਜਿਨੀ ਸੱਚ ਵਣੰਜਿਆ, ਗੁਰ ਪੂਰੇ ਸ਼ਾਬਾਸ਼। ਗੁਰ ਪੂਰੇ ਸ਼ਾਬਾਸ਼। ਨਾਨਕ ਵਸਤ ਪਛਾਣ ਸੀ, ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹਲਾ ਪਹਿਲਾ। ਧਾਤ ਮਿਲੈ ਫੁਨ ਧਾਤ ਕਉ, ਸਿਫਤੀ ਸਿਫਤ ਸਮਾਏ। ਲਾਲ ਗੁਲਾਲ ਗਹਿਬਰਾ ਗਹਿਬਰਾ, ਸੱਚਾ ਰੰਗ ਚੜਾਓ। ਸੱਚ ਮਿਲੈ ਸੰਤੋਖੀਆਂ ਸੰਤੋਖੀਆਂ। ਹਰ ਜਪ ਏਕੈ ਭਾਏ, ਭਾਈ ਰੇ ਸੰਤ ਜਨਾ ਕੀ ਰੇਣ। ਸੰਤ ਸਭਾ ਗੁਰ ਪਾਈਐ, ਮੁਕਤ ਪਦਾਰਥ ਧੇਣ ਰਹਾਉ। ਹੁਣ ਇੱਥੇ ਸਭਾ ਪਾਠ ਹੈ, ਇਹਨੂੰ ਆਪਾਂ ਸਭਾ ਨਹੀਂ ਪੜਾਂਗੇ, ਇਹ ਸਭਾ ਆ। ਸੰਤ ਸਭਾ ਗੁਰ ਪਾਈਐ,
ਮੁਕਤ ਪਦਾਰਥ ਧੇਣ ਰਹਾਓ। ਊਚੋ ਥਾਨ ਸੁਹਾਵਣਾ ਊਪਰ ਮਹਿਲ ਮੁਰਾਰ। ਊਚੋ ਥਾਨ ਸੁਹਾਵਣਾ ਊਪਰ ਮਹਿਲ ਮੁਰਾਰ। ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ। ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ। ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸ਼ਾ ਹੋਏ। ਤ੍ਰਿਵਿਧ ਕਰਮ ਕਮਾਈਐ ਬਹੁਵਚਨੀ ਕਿਰਿਆ ਕਮਾਈਐ ਆਸ ਅੰਦੇਸ਼ਾ ਹੋਏ। ਕਿਉ ਗੁਰਬਿਨ ਤ੍ਰਿਕੁਟੀ ਛੁਟਸੀ ਸਹਿਜ ਮਿਲਿਐ ਸੁਖ ਹੋਏ। ਕਿਉ ਗੁਰਬਿਨ ਤ੍ਰਿਕੁਟੀ ਛੁਟਸੀ ਸਹਿਜ ਮਿਲਿਐ ਸੁਖ ਹੋਏ। ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ। ਬਿਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ। ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ। ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ। ਸ੍ਰੀ ਰਾਗ ਮਹਲਾ ਪਹਿਲਾ। ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ। ਮੁੱਠੀ ਦੂਜੈ ਭਾਏ। ਕੱਲਰ ਕੇਰੀ ਕੰਧ ਜਿਉ ਅਹਨਿਸ ਕਿਰ ਢਹਿ ਪਾਏ। ਬਿਨ ਸ਼ਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨ ਜਾਏ। ਮੁੰਦੇ ਪਿਰ ਬਿਨ ਕਿਆ ਸ਼ਿੰਗਾਰ। ਦਰ ਕਰ ਢੋਈ ਨਾ ਲਹੈ ਦਰਗਾਹ ਝੂਠ ਖੁਆਰ। ਦਰਗਾਹ, ਇਹਨੂੰ ਦਰਗਾਹ ਪੜ੍ਹਿਆ ਜਾਂਦਾ। ਆਮ ਜਿਹੜੇ ਪਾਠੀ ਹੈ ਨਾ, ਬਹੁਤੇ ਪ੍ਰੇਮੀ ਗੁਰਬਾਣੀ ਦੇ, ਉਹ ਦਰਗਾਹ ਇੱਦਾਂ ਸ਼ਬਦ ਪੜ੍ਹਦੇ ਆ। ਕੀਰਤਨ ਰੂਪ ਦੇ ਵਿੱਚ ਵੀ ਕਈ ਕੀਰਤਨੀ ਆਪਣੇ ਕੌਮ ਦੇ ਐਸੇ ਹਨ ਜਿਹੜੇ ਇਸ ਸ਼ਬਦ ਨੂੰ ਦਰਗਾਹ ਪੜ੍ਹਦੇ ਹਨ। ਅਸਲ ਵਿੱਚ ਇਹ ਸ਼ਬਦ ਦਰਗਾਹ ਹੈ। ਕਿਉਂ ਨਾ ਇਹਦਾ ਉਚਾਰਨ ਆਪਾਂ ਦਰਗਾਹ ਕਰਨਾ ਸ਼ੁਰੂ ਕਰ ਦਈਏ, ਕੀਰਤਨ ਰੂਪ ਦੇ ਵਿੱਚ ਵੀ, ਪਾਠ ਰੂਪ ਦੇ ਵਿੱਚ ਵੀ। ਤੇ ਜੋ ਦਰਗਾਹ ਹੈ ਆਪਾਂ ਉਸ ਨੂੰ ਥੋੜਾ ਘਟਾਈਏ ਤੇ ਇਹਨੂੰ ਦਰਗਾਹ ਪੜ੍ਹਨਾ ਸ਼ੁਰੂ ਕਰੀਏ, ਕਿਉਂਕਿ ਸ਼ਬਦ ਇਹ ਮੂਲ ਰੂਪ ਦੇ ਵਿੱਚ ਦਰਗਾਹ ਹੈ। ਦਰ ਘਰ ਢੋਈ ਨਾਲ ਹੈ ਦਰਗਾਹ ਝੂਠ ਖੁਆਰ ਰਹਾਓ। ਆਪ ਸੁਜਾਨ ਨ ਭੁੱਲਈ ਸੱਚਾ ਵੱਡ ਕਿਰਸਾਨ। ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਨ। ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ। ਗੁਰ ਕਉ ਜਾਣ ਨ ਜਾਣਈ ਕਿਆ ਤਿਸ ਚੱਜ ਅਚਾਰ। ਅੰਧੁਲੈ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ। ਆਵਣ ਜਾਣ ਨ ਚੁੱਕਈ ਮਰ ਜਨਮੈ ਹੋਏ ਖੁਆਰ। ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ। ਚੋਆ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ। ਜੇ ਧਨ ਕੰਤ ਨ ਭਾਵਈ ਤਾਂ ਸਭ ਅਡੰਬਰ ਕੂੜ। ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ। ਸਭ ਰਸ ਭੋਗਣ ਬਾਦ ਹੈ, ਇਹਨੂੰ ਹਹੇ ਨਹੀਂ ਕਹਿਣਾ। ਕਈ ਵਾਰੀ ਨਾ ਪ੍ਰੇਮੀ ਜਨ, ਪਾਠੀ ਜਨ ਗੁਰਬਾਣੀ ਦਾ ਪਾਠ ਕਰਨ ਵੇਲੇ ਹਹੇ ਇੱਦਾਂ ਪਾਠ ਕਰ ਦਿੰਦੇ ਆ। ਹਹੇ ਤਾਂ ਕੋਈ ਸ਼ਬਦ ਹੈ ਨਹੀਂ ਸਾਧ ਸੰਗਤ। ਮੈਂ ਪਹਿਲਾਂ ਬੇਨਤੀ ਕੀਤੀ, ਗੁਰਬਾਣੀ ਦੀ ਲੇਖਣ ਸ਼ੈਲੀ ਆਪਣੀ ਹੈ, ਨਿਆਰੀ ਹੈ, ਨਵੇਕਲੀ ਹੈ, ਨਵੀਨ ਹੈ, ਕਿਤੇ ਹੋਰ ਪ੍ਰਾਪਤ ਨਹੀਂ ਹੁੰਦੀ। ਇਸ ਲਈ ਗੁਰਬਾਣੀ ਦਾ ਉਚਾਰਨ ਸਾਨੂੰ ਗੁਰਬਾਣੀ ਦੇ ਵਿੱਚੋਂ, ਗੁਰਬਾਣੀ ਦੀ ਵਿਆਕਰਣ ਦੇ ਵਿੱਚੋਂ, ਜੋ ਗੁਰੂ ਪਾਤਸ਼ਾਹ ਨੇ ਆਪ ਇਸ ਵਿੱਚ ਪਾ ਕੇ ਰੱਖੀ ਹੈ, ਉਹਦੇ ਵਿੱਚੋਂ ਲੱਭਣਾ ਪੈਂਦਾ ਹੈ। ਸਭ ਰਸ ਭੋਗਣ ਬਾਦ ਹੈ ਪਾਠ ਹੈ ਇਹ। ਸਭ ਸ਼ਿੰਗਾਰ ਵਿਕਾਰ, ਸ਼ਿੰਗਾਰ ਪੜ੍ਹਨੇ ਨੂੰ ਵਿਕਾਰ। ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਸ੍ਰੀ ਰਾਗ ਮਹਲਾ ਪਹਿਲਾ। ਸੁੰਨੀ ਦੇਹ ਡਰਾਵਣੀ ਜਾਂ ਜੀਓ ਵਿੱਚੋਂ ਜਾਏ। ਸੁੰਨੀ, ਇਹਨਾਂ ਅੱਖਰ ਇੱਥੇ ਸੱਸੇ ਔਂਕੜ ਉੱਤੇ ਟਿੱਪੀ, ਨਿੰਨੇ ਨੂੰ ਬਿਹਾਰੀ ਲਾਇਆ ਹੋਇਆ ਵਾ। ਇਹ ਜਿਹੜਾ ਅੱਖਰ ਹੈ, ਜਿਵੇਂ ਕੱਕਾ, ਖੱਖਾ, ਗੱਗਾ, ਘੱਗਾ, ngੰਗਾ, ਇੱਕ ਤੇ ngੰਗਾ ਆਪਣਾ ਤੇ ਇੱਕ ਨਿੰਨਾ, ਇਹ ਦੋ ਅੱਖਰ ਆਪਣੀ ਅੱਜ ਦੀ ਬੋਲੀ ਵਿੱਚੋਂ ਅਲੋਪ ਹੁੰਦੇ ਜਾ ਰਹੇ ਆ, ਖਤਮ ਹੁੰਦੇ ਜਾ ਰਹੇ ਆ। ਤੇ ਇਹਨਾਂ ਅੱਖਰਾਂ ਦੇ ਖਤਮ ਹੋਣ ਕਰਕੇ ਇਹਨਾਂ ਦਾ ਜਿਹੜਾ ਉਚਾਰਨ ਹੈ ਉਹ ਵੀ ਸਾਨੂੰ ਭੁੱਲਦਾ ਜਾ ਰਿਹਾ ਹੈ।
ਤੇ ਉਹਦੇ ਭੁੱਲਣ ਕਰਕੇ ਆਪਾਂ ਜਦੋਂ ਕੋਈ ਇਦਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਆਉਂਦਾ ਜਿੱਥੇ ঙ ਜਾਂ ඤ ਇਹ ਅੱਖਰ ਆਇਆ ਹੋਵੇ, ਆਪਾਂ ਨੂੰ ਉਸ ਦਾ ਪਾਠ ਕਰਨ ਵਿੱਚ, ਉਹਨੂੰ ਪੜ੍ਹਨ ਵਿੱਚ ਸਮੱਸਿਆ ਆਉਂਦੀ ਹੈ। ਸੋ ਇਹ ਸ਼ਬਦ ਹੈ ਜੀ ਸੁੰਝੀ, ਸੁੰਝੀ ඤ ਸ਼ਬਦ ਹੈ ਜਿਹੜਾ ਉਹਦਾ ਉਚਾਰਨ। ਸੁੰਝੀ ਦੇਹ ਡਰਾਵਣੀ ਜਾਂ ਜੀਓ ਵਿੱਚੋਂ ਜਾਏ, ਜਾਂ ਜੀਓ ਵਿੱਚੋਂ ਜਾਏ, ਇਹਨੂੰ ਜਾ ਨਹੀਂ ਪੜ੍ਹਨਾ, ਜਾਂ ਜੀਓ ਵਿੱਚੋਂ ਜਾਏ। ਭਾਹ ਬੁਲੰਦੜੀ ਬੁਲੰਦੀ ਵਿਜ ਵੀ ਧੂ ਨਾ ਨਿਕਸਿਓ ਕਾਏ, ਇਹਨੂੰ ਭਾਹੇ ਨਾ ਪੜਿਓ। ਭਾਹ, ਭਾਹ ਦਾ ਅਰਥ ਹੁੰਦਾ ਅੱਗ, ਕਿਉਂਕਿ ਇਸਤਰੀ ਲਿੰਗ ਸ਼ਬਦ ਹੈ ਇਸ ਲਈ ਹਾਹੇ ਨੂੰ ਸਿਹਾਰੀ ਲਾਈ ਗਈ ਹੈ। ਕਈ ਵਾਰੀ ਨਾ ਪਾਠ ਕਰਨ ਵੇਲੇ ਪਾਠੀ ਜਨ, ਪ੍ਰੇਮੀ ਜਨ ਭਾਹੇ ਬੁਲੰਦੀ ਕਹਿ ਜਾਂਦੇ ਆ। ਭਾਹੇ ਬੁਲੰਦੀ ਨਹੀਂ ਹੁੰਦਾ, ਭਾਹ ਹੁੰਦਾ। ਭਾਹ ਦਾ ਅਰਥ ਹੁੰਦਾ ਅੱਗ। ਅੱਗ ਹੁੰਦੀ ਹੈ, ਅੱਗ ਹੁੰਦਾ ਨਹੀਂ। ਅੱਗ ਲਾਈ ਜਾਂਦੀ, ਅੱਗ ਲਾਇਆ ਨਹੀਂ ਜਾਂਦਾ। ਸੋ ਇਹਦਾ ਜੈਂਡਰ ਆ ਜਿਹੜਾ ਉਹ ਇਸਤਰੀ ਲਿੰਗ ਹੋਣ ਕਰਕੇ ਇਹਦੇ ਹਾਹੇ ਨੂੰ ਸਿਹਾਰੀ ਗੁਰੂ ਸਾਹਿਬ ਨੇ ਲਾਈ ਹੋਈ ਹੈ। ਇਹਦਾ ਵਿਆਕਰਨਕ ਰੂਪ ਆ ਇਹ। ਭਾਹ ਬੁਲੰਦੀ ਵਿਜ ਵੀ ਧੂ ਨਾ ਨਿਕਸਿਓ ਕਾਏ, ਧੂ ਨਾ ਨਿਕਸਿਓ, ਧੂਆਂ, ਧੂ ਦਾ ਅਰਥ ਧੂਆਂ, ਇੱਥੇ ਧੂ ਨਾ ਨਿਕਸਿਓ ਕਾਏ। ਪੰਚੇ ਰੁੰਨੇ ਦੁੱਖ ਭਰੇ ਬਿਨਸੇ ਦੂਜੈ ਪਾਏ, ਮੂੜੇ ਵਿਸ਼ਰਾਮ ਰਾਮ ਜਪੋ ਗੁਣ ਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ। ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਦੁਬਿਧਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ। ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੈ ਠੱਗ, ਮੁਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ, ਧੰਦਾ ਥੱਕਾ ਹਉ ਮੁਈ ਮਮਤਾ ਮਾਇਆ ਕ੍ਰੋਧ। ਸੋ ਇਹ ਵਿਸ਼ਰਾਮ ਆਪ ਜੀ ਨੇ ਖਿਆਲ ਰੱਖਣਾ, ਕਿਉਂਕਿ ਇੱਕ ਇੱਕ ਥਾਂ ਤੇ ਬੋਲ ਬੋਲ ਕੇ ਸ਼ਾਇਦ ਅਸੀਂ ਨਾ ਦੱਸ ਸਕੀਏ, ਪਰ ਜਿੱਥੇ ਜਿੱਥੇ ਅਸੀਂ ਰੁਕਦੇ ਹਾਂ ਉੱਥੇ ਵਿਸ਼ਰਾਮਾਂ ਦਾ ਧਿਆਨ ਰੱਖਣਾ। ਧੰਦਾ ਥੱਕਾ ਹਉ ਮੁਈ ਮਮਤਾ ਮਾਇਆ ਕ੍ਰੋਧ, ਕ੍ਰੋਧ। ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ, ਸੱਚੀ ਕਾਰੈ ਸੱਚ ਮਿਲੈ ਗੁਰਮਤਿ ਪੱਲੈ ਪਾਏ। ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ, ਨਾਨਕ ਦਰ ਪ੍ਰਧਾਨ ਸੋ ਦਰਗਾਹ ਪੈਦਾ ਜਾਏ। ਇਹਨੂੰ ਫਿਰ ਇੱਥੇ ਦਰਗਾਹ ਨਹੀਂ ਪੜ੍ਹਨਾ, ਇੱਥੇ ਹਾਹੇ ਨੂੰ ਸਿਹਾਰੀ ਆ ਜਿਹੜੀ ਦਰਗਾਹ ਦੇ, ਇਹ ਇਹਦੇ ਅਧਿਕਰਨ ਕਾਰਕ ਦੀ ਸੂਚਕ ਹੈ। ਇਹਦਾ ਅਰਥ ਹੈ ਦਰਗਾਹ ਅੰਦਰ, ਦਰਗਾਹ ਵਿੱਚ। ਸੋ ਦਰਗਾਹ ਪੈਦਾ ਜਾਏ। ਸ੍ਰੀ ਰਾਗ ਮਹਲਾ ਪਹਿਲਾ। ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਭਏ, ਕੂਰ ਵਜਾਵੈ ਤੂਰ, ਬਿਨ ਸ਼ਬਦੈ ਭਰਮਾਈਐ, ਦੁਬਿਧਾ ਡੋਬੇ ਪੂਰ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨੀ ਗੁਰਮੁਖ ਨਾਮ ਨ ਬੂਝਿਆ, ਮਰ ਜਨਮੈ ਆਵੈ ਜਾਏ। ਤਨ ਸੂਚਾ ਸੋ ਆਖੀਐ, ਜਿਸ ਮਹਿ ਸਾਚਾ ਨਾਉ, ਭੈ ਸਚ ਰਾਤੀ ਦੇਹੁਰੀ, ਜਿਹਬਾ ਸਚ ਸੁਆਉ, ਸੱਚੀ ਨਦਰ ਨਿਹਾਲੀਐ, ਬਹੁੜ ਨ ਪਾਵੈ ਤਾਉ, ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ, ਪਵਨੈ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਨਿਰਮਲ ਮੈਲਾ ਨਾ ਥੀਐ, ਸ਼ਬਦ ਰਤੇ ਪਤ ਹੋਏ, ਇਹ ਮਨ ਸਾਚ ਸੰਤੋਖਿਆ, ਨਦਰ ਕਰੇ ਤਿਸ ਮਾਹਿ। ਇਹ ਮਨ, ਇਹੋ ਮਨ ਨਹੀਂ, ਇਹ ਮਨ। ਪੰਚ ਭੂਤ ਸੱਚ ਭੈ ਰਤੇ, ਜੋਤ ਸੱਚੀ ਮਨ ਮਾਹਿ। ਮਾਹਿ ਮਮੇ ਕੰਨਾ ਹਾਹੇ ਸਿਹਾਰੀ ਕਿਰਿਆ ਹੈ, ਆਪ ਸੌਰੀ ਇਹ ਸੰਬੰਧਕ ਹੈ, ਤੇ ਇਹਦਾ ਉਚਾਰਨ ਆਪਾਂ ਨਾਸਕੀ ਕਰਾਂਗੇ। ਮਾਹਿ ਹਾਹੇ ਨੂੰ ਸਿਹਾਰੀ ਹੈ, ਉਹਦੇ ਉੱਪਰ ਆਪਾਂ ਬਿੰਦੀ ਦਾ ਪ੍ਰਯੋਗ ਕਰਕੇ ਉਹਨੂੰ ਆਪਾਂ ਨਾਸਕੀ ਰੂਪ ਦੇ ਵਿੱਚ ਬੋਲਣ ਦਾ ਯਤਨ ਕਰਾਂਗੇ। ਮਾਂ ਹੈ, ਮਾਂ ਸ਼ਬਦ ਆਪਣੇ ਆਪ ਦੇ ਵਿੱਚ ਨਾਸਕੀ ਹੈ, ਇਹਦੇ ਨਾਲ ਲੱਗੀ ਹੋਈ ਜਿਹੜੀ ਮਾਤਰਾ ਹੈ
ਉਹ ਆਪੇ ਨਾਸਕੀ ਹੋ ਜਾਂਦੀ ਹੈ। ਮਾਹੇ ਨਾਨਕ ਔਗਣ ਵੀਸਰੇ, ਗੁਰ ਰਾਖੇ ਪਤ ਤਾਹੇ। ਤਾਹੇ ਸ੍ਰੀ ਰਾਗ ਮਹਲਾ ਪਹਿਲਾ। ਨਾਨਕ ਬੇੜੀ ਸੱਚ ਕੀ, ਤਰੀਐ ਗੁਰ ਵਿਚਾਰ। ਇੱਕ ਆਵੈ ਬਹੁਵਚਨੀ ਕਿਰਿਆ, ਇੱਕ ਜਾਵਹੀਂ ਬਹੁਵਚਨ। ਪੂਰ ਭਰੇ ਅਹੰਕਾਰ, ਮਨ ਹਠ ਮਤੀ ਬੂਢੀ ਹੈ। ਮਤੀ ਬੂਢੀ ਹੈ। ਗੁਰਮੁਖ ਸੱਚ ਸੋ ਤਾਰ, ਗੁਰ ਬਿਨ ਕਿਉ ਤਰੀਐ ਸੁਖ ਹੋਏ। ਜਿਉ ਭਾਵੈ ਤਿਉ ਰਾਖ ਤੂੰ, ਮੈਂ ਅਵਰ ਨ ਦੂਜਾ ਕੋਏ। ਰਹਾਉ ਆਗੈ ਦੇਖਉ ਡਉ ਜਲੈ, ਪਾਛੈ ਹਰਿਓ ਅੰਗੂਰ। ਜਿਸ ਤੇ ਉਪਜੈ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ। ਭਰਪੂਰ ਆਪੇ ਮੇਲ ਮਿਲਾਵਹੀਂ, ਸਾਚੈ ਮਹਿਲ ਹਦੂਰ। ਸਾਹ ਸਾਹ ਤੁਝ ਸੰਭਲਾਂ, ਕਦੇ ਨ ਵਿਸਾਰਿਓ। ਸਾਹ ਸਾਹ, ਇਹਨੂੰ ਸਾਹੇ ਸਾਹੇ ਨਹੀਂ ਪੜਨਾ, ਸਾਹ ਸਾਹ ਇਹ ਕਰਨ ਕਾਰਕ, ਇਹਦਾ ਅਰਥ ਹੈ ਸਾਹ ਨਾਲ। ਸਾਹ ਸਾਹ ਤੁਝ ਸੰਭਲਾਂ, ਕਦੇ ਨਾ ਵਿਸਾਰਿਓ। ਵਿਸਾਰਿਓ ਇਹ ਉੱਤਮ ਪੁਰਖ ਦੀ ਕਿਰਿਆ ਹੈ ਵੀ ਮੈਂ ਕਦੇ ਵੀ ਤੈਨੂੰ ਨਾ ਭੁੱਲਾਂ। ਇਸ ਲਈ ਆਪਾਂ ਇਸ ਦਾ ਉਚਾਰਨ ਨਾਸਕੀ ਕਰਾਂਗੇ, ਕਦੇ ਨਾ ਵਿਸਾਰਿਓ। ਜਿਉਂ ਜਿਉਂ ਸਾਹਿਬ ਮਨ ਵਸੈ, ਜਿਉਂ ਜਿਉਂ ਸਾਹਿਬ ਮਨ ਵਸੈ, ਗੁਰਮੁਖ ਅੰਮ੍ਰਿਤ ਪੇਉ। ਮਨ ਤਨ ਤੇਰਾ ਤੂੰ ਧਣੀ, ਗਰਭ ਨਿਵਾਰ ਸਮੇਉ। ਜਿਨ ਇਹ ਜਗਤ ਉਪਾਇਆ, ਤ੍ਰਿਭਵਨ ਕਰ ਆਕਾਰ। ਜਿਨ ਇਹ ਜਗਤ, ਇਹੋ ਜਗਤ ਨਹੀਂ, ਇਹ ਜਗਤ, ਇਹ ਇੱਥੇ ਪੜਨਾਮੀ ਵਿਸ਼ੇਸ਼ਣ ਹੈ। ਹਾਹੇ ਨੂੰ ਜੋ ਔਂਕੜ ਹੈ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਇਹ ਜਗਤ ਉਪਾਇਆ। ਗੁਰਮੁਖ ਚਾਨਣ ਜਾਣੀਐ, ਮਨਮੁਖ ਮੁਗਧ ਗੁਬਾਰ। ਘਟ ਘਟ ਜੋਤ ਨਿਰੰਤਰੀ, ਬੂਝੈ ਗੁਰਮਤਿ ਸਾਰ। ਗੁਰਮੁਖ ਜਿਨੀ ਜਾਣਿਆ, ਤਿਨ ਕੀਚੈ ਸ਼ਾਬਾਸ਼। ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ। ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ। ਨਾਨਕ ਨਾਮ ਸੰਤੋਖੀਆ, ਜੀਉ ਪਿੰਡ ਪ੍ਰਭ ਪਾਸ। ਨਾਨਕ ਨਾਮ ਸੰਤੋਖੀਆ, ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਇਹਦਾ ਅਰਥ ਨਿਕਲਦਾ ਨਾਮ ਦੀ ਰਾਹੀਂ। ਸੰਤੋਖੀਆ ਜੀਉ ਪਿੰਡ ਪ੍ਰਭ ਪਾਸ। ਸ੍ਰੀ ਰਾਗ ਮਹਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਸੁਣ ਮਨ, ਇੱਥੇ ਵਿਸ਼ਰਾਮ। ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇਹ। ਇਹੋ ਤਨ ਨਹੀਂ ਕਹਿਣਾ, ਇਹ ਤਨ ਦੇਹ। ਮੈਂ ਫਿਰ ਬੇਨਤੀ ਕਰਦੇ ਹਾਂ, ਇਹ ਜਿਹੜਾ ਇਹ ਈੜੀ ਨੂੰ ਸਿਹਾਰੀ ਹਾਹੇ ਨੂੰ ਕੜਿਆ ਇੱਕ ਵਚਨ ਪੁਲਿੰਗ ਦਾ ਸੂਚਕ ਆ, ਉਚਾਰਨ ਦਾ ਹਿੱਸਾ ਨਹੀਂ ਹੈ। ਇਹ ਤਨ, ਤਨ ਦੇ ਨੰਨੇ ਨੂੰ ਔਂਕੜ ਹੈ, ਇੱਕ ਵਚਨ ਦਾ ਸੂਚਕ ਆ। ਤਬ ਲਗ ਇਹ ਤਨ ਦੇਹ। ਬਿਨ ਗੁਣ ਕਾਮ ਨਾ ਆਵਈ, ਢਹਿ ਢੇਰੀ ਤਨ ਖੇਹ। ਮੇਰੇ ਮਨ ਲੈ ਲਾਹਾ ਘਰ ਜਾਹੇ। ਮੇਰੇ ਮਨ, ਇੱਥੇ ਵਿਸ਼ਰਾਮ, ਕਿਉਂਕਿ ਸੰਬੋਧਨੀ ਸ਼ਬਦ ਹੈ। ਲੈ ਲਾਹਾ ਘਰ ਜਾਹੇ। ਜਾਹੇ ਗੁਰਮੁਖ ਨਾਮ ਸਲਾਹੀਐ, ਹਉਮੈ ਨਿਵਰੀ ਭਾ। ਸੁਣ ਸੁਣ ਹਉਮੈ ਨਿਵਰੀ ਭਾ। ਰਹਾਉ ਸੁਣ ਸੁਣ ਗੰਢਣ ਗੰਢੀਐ, ਲਿਖ ਪੜ ਬੁੱਝੈ ਭਾਰ। ਬੁੱਝੈ ਭਾਰ ਤ੍ਰਿਸ਼ਨਾ ਅਹਨਿਸ ਅਗਲੀ, ਹਉਮੈ ਰੋਗ ਵਿਕਾਰ। ਉਹ ਵੇ ਪ੍ਰਵਾਹ ਅਤੋਲ ਵਾ, ਗੁਰਮਤਿ ਕੀਮਤ ਸਾਰ। ਲੱਖ ਸਿਆਣਪ ਜੇ ਕਰੀ, ਕਰੀ ਉਤਮ ਪੁਰਖ ਨਾਸਕੀ। ਲੱਖ ਸਿਉ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨਾ ਧਰਾਪੀਆ। ਬਿਨ ਨਾਵੈ ਦੂਖ ਸੰਤਾਪ। ਹਰ ਜਪ ਜੀਅਰੇ ਛੁਟੀਐ, ਹਰ ਜਪ ਜੀਅਰੇ ਛੁਟੀਐ। ਗੁਰਮੁਖ ਚੀਨੈ ਆਪ, ਤਨ ਮਨ ਗੁਰ ਪਹਿ ਵੇਚਿਆ। ਮਨ ਦੀਆ ਸਿਰ ਨਾਲ। ਤ੍ਰਿਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਤ੍ਰਿਭਵਨ ਤੱਤੇ ਦੇ ਪੈਰ 'ਚ ਰਾਰਾ ਹੈ ਤੇ ਸਿਹਾਰੀ ਲੱਗੀ ਹੋਈ ਹੈ, ਉਚਾਰਨ ਬਣੇਗਾ ਤ੍ਰਿਭਵਨ। ਤ੍ਰਿਭਵਨ
ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ। ਸ੍ਰੀ ਰਾਗ ਮਹਲਾ ਪਹਿਲਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤੂੰ ਸਰਬ ਜੀਆਂ ਪ੍ਰਤਪਾਲਹੀ, ਲੇਖੈ ਸਾਸ ਗਿਰਾਸ। ਅੰਤਰ ਗੁਰਮੁਖ ਤੂੰ ਵਸੈ, ਜਿਉ ਭਾਵੈ ਤਿਉ ਨਿਰਜਾਸ। ਜੀਅਰੇ RAM ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ, ਪਾਇਆ ਗੁਰਮੁਖ ਗਿਆਨ ਰਹਾਉ। ਅੰਤਰ ਕੀ ਗਤ ਜਾਣੀਐ, ਗੁਰ ਮਿਲੀਐ ਸ਼ੰਕ ਉਤਾਰ। ਸ਼ੰਕ ਸ਼ੰਕਾ ਉਹਦੀ ਗੱਲ ਹੋ ਰਹੀ ਹੈ ਇੱਥੇ। ਗੁਰ ਮਿਲੀਐ ਸ਼ੰਕ ਉਤਾਰ, ਮੋਇਆ ਜਿਤ ਕਰ ਜਾਈਐ, ਤਿਤ ਜੀਵਨ ਦਿਆਂ ਮਰ ਮਾਰ। ਮੋਇਆ ਮਰਨ ਤੋਂ ਉਪਰੰਤ ਦੀ ਗੱਲ ਹੋ ਰਹੀ ਹੈ ਇੱਥੇ। ਆਤਮਿਕ ਮੌਤ ਤੇ ਸਰੀਰਕ ਮੌਤ ਦੋ ਚੀਜ਼ਾਂ ਨੇ ਸਾਧ ਸੰਗਤ। ਤੇ ਇੱਕ ਤੀਜੀ ਗੱਲ ਹੈ ਹਉ ਦਾ ਮਰਨਾ, ਹਉ ਦਾ ਖਤਮ ਹੋਣਾ। ਇੱਥੇ ਹਉ ਦੇ ਖਤਮ ਹੋਣ ਦੀ ਗੱਲ ਹੈ, ਮੈਂ ਦੇ ਖਤਮ ਹੋਣ ਦੀ ਗੱਲ ਹੈ। ਤੇ ਦੂਜੀ ਗੱਲ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਦੁਨੀਆ ਕਹਿੰਦੀ ਹੈ ਭਾਈ ਮਰਨ ਤੋਂ ਬਾਅਦ ਰੱਬ 'ਚ ਲੀਨ ਹੋ ਜਾਈਦਾ, ਪਰ ਗੁਰੂ ਸਾਹਿਬ ਕਹਿੰਦੇ ਆ ਵੀ ਠੀਕ ਹੈ ਭਾਈ ਮਰਨ ਤੋਂ ਬਾਅਦ ਚਲੋ ਜੋ ਪਰਮੇਸ਼ਰ ਦਾ ਹੁਕਮ ਹੈ ਉਹ ਵਾਪਰ ਜਾਂਦਾ, ਪਰ ਕਿਉਂ ਨਾ ਆਪਾਂ ਜਿਉਂਦੇ ਜੀ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰਕੇ ਪਰਮੇਸ਼ਰ ਦੇ ਵਿੱਚ ਮਿਲ ਜਾਈਏ। ਇਹ ਭਲੀ ਬਾਤ ਹੈ ਨਾ। ਸੋ ਉਹ ਗੱਲ ਇੱਥੇ ਸਮਝਾ ਰਹੇ ਨੇ। ਮੋਇਆ ਜਿਤ ਘਰ ਜਾਈਐ, ਤਿਤ ਜੀਵਨ ਦਿਆਂ। ਜੀਵਨ ਦਿਆਂ ਮਤਲਬ ਜਿਉਂਦਿਆਂ ਮਰ ਮਾਰ। ਅਨਹਦ ਸ਼ਬਦ ਸੁਹਾਵਣੇ, ਪਾਈਐ ਗੁਰ ਵਿਚਾਰ। ਅਨਹਦ ਬਾਣੀ ਪਾਈਐ, ਤਹਾਂ ਹਉਮੈ ਹੋਏ ਵਿਨਾਸ਼। ਤਹਾਂ ਹਉਮੈ ਹੋਏ ਵਿਨਾਸ਼। ਤਹਾਂ ਇਹਨੂੰ ਤਹਾਂ ਨਹੀਂ ਪ੍ਰੋਪਰ ਪੜ੍ਹਨਾ ਤੇ ਇਹਨੂੰ ਤੈ ਵੀ ਨਹੀਂ ਪੜ੍ਹਨਾ। ਕਈ ਪ੍ਰੇਮੀ ਨੂੰ ਪੜ੍ਹ ਦਿੰਦੇ ਆ ਤੈ ਹਉਮੈ। ਤੈ ਸ਼ਬਦ ਨਹੀਂ ਹੈ, ਇਹ ਸਥਾਨਕ ਜਿਹੜਾ ਹੈ ਆਪਣਾ ਖਿਮਾ ਕਰਨੀ ਸਥਾਨਵਾਚਕ ਪੜ੍ਹਨਾਉ ਹੈ। ਸਥਾਨਵਾਚੀ ਪੜ੍ਹਨਾਉ ਆ ਇਹ। ਇਸ ਸ਼ਬਦ ਦਾ ਅਰਥ ਹੈ ਉੱਥੇ। ਇਹਦਾ ਅਰਥ ਹੈ ਉੱਥੇ। ਇਹ ਸਥਾਨਵਾਚੀ ਪੜ੍ਹਨਾਉ ਆ, ਇਸ ਲਈ ਇਹਦਾ ਉਚਾਰਨ ਹੋਏਗਾ ਤਹ। ਤਤਾ ਹਾਹੇ ਉੱਪਰ ਬਿੰਦੀ ਤਹ। ਅਨਹਦ ਬਾਣੀ ਪਾਈਐ, ਤਹ ਹਉਮੈ ਹੋਏ ਵਿਨਾਸ਼। ਸਤਿਗੁਰ ਸੇਵੇ ਆਪਣਾ, ਹਉ ਸਤਿਗੁਰ ਬਾਣੈ ਤਾਸ। ਖੜ ਦਰਗਾਹ ਪੈ ਨਾਈਐ, ਮੁਖ ਹਰ ਨਾਮ ਨਿਵਾਸ। ਜਹ ਦੇਖਾਂ ਤਹ ਰਵ ਰਹੇ, ਸ਼ਿਵ ਸ਼ਕਤੀ ਕਾ ਮੇਲ। ਜਹ ਦੇਖਾਂ, ਇਹ ਜਹ ਸ਼ਬਦ ਵੀ ਸਥਾਨਵਾਚੀ ਪੜ੍ਹਨਾਉ ਹੈ, ਤਾਂ ਇਹਦਾ ਉਚਾਰਨ ਵੀ ਆਪਾਂ ਉਦਾਂ ਹੀ ਕਰਾਂਗੇ ਜਹ ਦੇਖਾਂ। ਦੇਖਾਂ ਉੱਤਮ ਪੁਰਖ ਦੀ ਕਿਰਿਆ ਹੈ। ਤਹ ਰਵ ਰਹੇ, ਬਈ ਮੈਂ ਜਿੱਥੇ ਵੀ ਦੇਖਦਾ ਹਾਂ ਰੱਬ ਜੀ ਉੱਥੇ ਵਿਆਪਕ ਹਨ, ਇਹ ਇਹਦਾ ਅਰਥ ਹੈ। ਜਹ ਦੇਖਾਂ ਤਹ ਰਵ ਰਹੇ, ਸ਼ਿਵ ਸ਼ਕਤੀ ਕਾ ਮੇਲ। ਤ੍ਰਿਹ ਗੁਣ ਬੰਦੀ ਦੇਹੁਰੀ, ਜੋ ਆਇਆ ਜਗ ਸੋ ਖੇਲ। ਵਿਜੋਗੀ ਦੁਖ ਵਿਛੜੇ, ਮਨ ਮੁਖ ਲਹੈ ਨ ਮੇਲ। ਮਨ ਬੈਰਾਗੀ ਘਰ ਵਸੈ, ਸਚ ਭੈ ਰਾਤਾ ਹੋਏ। ਗਿਆਨ ਮਹਾਰਸ ਭੋਗ ਵੈ, ਬਾਹੁੜ ਭੂਖ ਨਾ ਹੋਏ। ਨਾਨਕ ਇਹ ਮਨ ਮਾਰ ਮਿਲ, ਭੀ ਫਿਰ ਦੁੱਖ ਨਾ ਹੋਏ। ਨਾਨਕ ਇਹ ਮਨ ਮਾਰ ਮਿਲ। ਇਹ ਮਨ, ਇਹੋ ਨਹੀਂ ਇਹ ਮਨ। ਹਾਹੇ ਨੂੰ ਔਂਕੜ ਇੱਥੇ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਇਹ ਮਨ ਮਾਰ ਮਿਲ, ਭੀ ਫਿਰ ਦੁੱਖ ਨਾ ਹੋਏ। ਸੋ ਇਉਂ ਕਰਕੇ ਸਾਧ ਸੰਗਤ ਇੱਥੇ ਆਪਣਾ 20 ਜਿਹੜੇ ਅੰਗ ਹਨ ਉਹ ਪੂਰੇ ਹੋ ਜਾਂਦੇ ਆ। 21ਵਾਂ ਅੰਗ ਚੱਲ ਰਿਹਾ। ਸੋ ਇਦੋਂ ਅਗਲੇ ਜਿਹੜੇ ਸ਼ਬਦ ਹਨ ਉਹ ਆਪਾਂ ਅਗਲੇ ਹਿੱਸੇ ਦੇ ਵਿੱਚ ਸਾਂਝੇ ਕਰਾਂਗੇ। ਤੇ ਇੰਨੀ ਕੁ ਬੇਨਤੀ ਇਸ ਹਿੱਸੇ ਦੇ ਵਿੱਚ ਆਪ ਸੰਗਤ ਨੇ ਜੋ ਹੈ ਉਹ ਧਿਆਨ ਗੋਚਰੀ ਕਰਨੀ। ਜਦੋਂ ਗੁਰਬਾਣੀ ਦਾ ਪਾਠ ਕਰਦੇ ਹੋ ਤੇ ਗੁਰਬਾਣੀ ਦਾ ਪਾਠ ਕਰਨ ਵੇਲੇ ਆਪ ਜੀ ਨੇ ਗੁਰਬਾਣੀ ਵਿਆਕਰਣ ਦੇ ਜੋ ਸਰਲ ਜੇ ਨੇਮ ਹਨ ਉਹਨਾਂ ਦਾ ਧਿਆਨ ਰੱਖਣਾ ਹੈ। ਬਈ ਇੱਕ ਵਚਨ ਸ਼ਬਦ, ਬਹੁਵਚਨ ਸ਼ਬਦ, ਜੋ ਔਂਕੜ ਹਨ, ਸਿਹਾਰੀਆਂ ਹਨ, ਇਹਨਾਂ ਦਾ ਖਾਸ ਧਿਆਨ ਰੱਖਣਾ ਹੈ। ਮੈਂ ਫਿਰ ਬੇਨਤੀ ਕਰਦਿਆਂ ਸਮਾਪਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪਣਾ ਇੱਕ ਵਿਆਕਰਨ ਹੈ, ਆਪਣਾ ਇੱਕ ਪੈਟਰਨ। ਉਹ ਕਿਸੇ ਹੋਰ ਥਾਂ ਤੇ ਆਪਾਂ ਨੂੰ ਕਿਸੇ ਹੋਰ ਲਿਖਤ ਗ੍ਰੰਥ ਵਿੱਚ ਪ੍ਰਾਪਤ ਨਹੀਂ ਹੁੰਦਾ। ਇਸ ਲਈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰੂਨੀ ਨੇਮ ਹਨ, ਅੰਦਰੂਨੀ ਵਿਧਾਨ ਹਨ, ਜੋ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵੱਲੋਂ ਆਪ ਪਾਏ ਗਏ ਨੇ, ਉਹਨਾਂ ਨੂੰ ਸਮਝ ਕੇ ਆਪਾਂ ਗੁਰਬਾਣੀ ਦਾ ਪਾਠ ਕਰਿਆ ਕਰੀਏ। ਤੇ ਜਦੋਂ ਆਪਾਂ ਉਹਨਾਂ ਨੂੰ ਸਮਝ ਕੇ ਚੱਲਦੇ ਹਾਂ ਫਿਰ ਆਪਾਂ ਗੁਰਬਾਣੀ ਦੇ ਅਰਥਾਂ ਦੇ ਵੀ ਨੇੜੇ ਅੱਪੜ ਜਾਂਦੇ ਹਾਂ, ਨੇੜੇ ਪਹੁੰਚ ਜਾਂਦੇ ਹਾਂ। ਤੇ ਦੂਜੀ ਗੱਲ,
ਗੁਰਬਾਣੀ ਦਾ ਪਾਠ ਸਹਿਜ ਨਾਲ ਕਰੀਏ, ਟਿਕਾ ਨਾਲ ਕਰੀਏ, ਪ੍ਰੇਮ ਨਾਲ ਕਰੀਏ, ਸਮਝ ਕੇ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਨੂੰ ਜੋ ਸਮਝਾਉਂਦੀ ਹੈ, ਜਿਹੜੀ ਸਿੱਖਿਆ ਦਿੰਦੀ ਆ, ਉਹ ਸਿੱਖਿਆ ਲੈ ਕੇ ਆਪਾਂ ਚੱਲੀਏ ਗੁਰੂ ਪਿਆਰਿਓ। ਫਿਰ ਆਪਾਂ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਉੱਪਰ ਚੱਲ ਕੇ ਜਿਹੜੀ ਮੰਜ਼ਿਲ ਗੁਰੂ ਸਾਹਿਬ ਨੇ ਦੱਸੀ ਆ, ਉਸ ਮੰਜ਼ਿਲ ਤੇ ਆਪਾਂ ਪਹੁੰਚ ਜਾਾਂਗੇ। ਉਹ ਮੰਜ਼ਿਲ ਜਿਹੜੀ ਸਰਬੋਤਮ ਮੰਜ਼ਿਲ ਹੈ, ਜਿਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਉਸ ਮੰਜ਼ਿਲ ਤੇ ਆਪਾਂ ਜਾਣਾ ਹੈ। ਤੇ ਆਪਾਂ ਨੂੰ ਉੱਥੇ ਪਹੁੰਚਦੇ ਆ ਫਿਰ ਗੁਰਬਾਣੀ ਦਾ ਪਾਠ ਕਰਕੇ ਇਹ ਵੀ ਸਮਝ ਪੈ ਜਾਣੀ ਆ ਬਈ ਅਵਰ ਕਾਜ ਤੇਰਾ ਕਿਤੈ ਨਾ ਕਾਮ, ਹਨਾ। ਤਾਂ ਇਸ ਲਈ ਜੋ ਦੁਨੀਆ ਦੇ ਬਾਕੀ ਹੋਰ ਉਹ ਕੰਮ ਹਨ, ਜਿੰਨੀ ਕਮੀ ਨਾਹੀਂ ਗੁਣ ਤੇ ਕੰਬੜੇ ਵਿਸਾਰ, ਜਿਨ੍ਹਾਂ ਚੋਂ ਕੱਢਣ ਪਾਉਣ ਨੂੰ ਆਪਾਂ ਨੂੰ ਕੋਈ ਪ੍ਰਾਪਤੀਆਂ ਹੈ ਨਹੀਂ, ਆਪਾਂ ਉਹਨਾਂ ਨੂੰ ਛੱਡ ਕੇ, ਤਿਆਗ ਕੇ, ਹੋਰ ਈਰਖਾ, ਨਿੰਦਾ, ਐਵੇਂ ਹਉਮੈ, ਵੈਰ, ਵਿਰੋਧ, ਉਹਨਾਂ ਨੂੰ ਛੱਡ ਕੇ ਗੁਰਬਾਣੀ ਦੇ ਪਾਠ ਤੇ ਗੁਰਬਾਣੀ ਦੀ ਵਿਚਾਰ ਵਾਲੇ ਪਾਸੇ ਨੂੰ ਮੁੜੀਏ। ਆਪਾਂ ਪੈਸੇ ਦੇ ਕੇ ਪਾਠ ਕਰਵਾਉਂਦੇ ਆ, ਤੇ ਥੋੜਾ ਥੋੜਾ ਆਪਾਂ ਪ੍ਰੇਮ ਦੇ ਕੇ, ਪਿਆਰ ਦੇ ਨਾਲ, ਧਿਆਨ ਦੇ ਕੇ, ਬਿਰਤੀ ਦੇ ਨਾਲ ਵੀ ਪਾਠ ਕਰਨਾ ਸ਼ੁਰੂ ਕਰੀਏ, ਹਨਾ। ਤਾਂ ਇਸ ਤਰੀਕੇ ਨਾਲ ਸਮਝ ਕੇ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਆਪਾਂ ਨੂੰ ਗੁਰਬਾਣੀ ਦੀ ਜੋ ਸਿੱਖਿਆ ਹੈ ਉਹਦਾ ਲਾਹਾ ਤੇ ਲਾਭ ਪ੍ਰਾਪਤ ਹੋਏਗਾ। ਸੋ ਮੈਨੂੰ ਲੱਗਦਾ ਆ ਬਈ ਇਹ ਸੰਗਤ ਦੇ ਲਈ ਵੀ, ਤੇ ਜੋ ਪਾਠ ਕਰਨ ਵਾਲੇ ਪਾਠੀ ਸਿੰਘ ਹਨ ਉਹਨਾਂ ਦੇ ਲਈ ਵੀ ਜਿਹੜਾ ਇਹ ਕਾਰਜ ਹੈ ਸਾਰਿਆਂ ਲਈ ਲਾਹੇਵੰਦ ਹੋਏਗਾ। ਬਾਕੀ ਜਿਵੇਂ ਜਿਵੇਂ ਸੰਗਤ ਦਾ ਆਪ ਦਾ ਰਿਸਪੌਂਸ ਮਿਲਦਾ ਜਾਏਗਾ, ਆਪਾਂ ਇਸ ਕਾਰਜ ਨੂੰ ਅੱਗੇ ਤੋਰਦੇ ਜਾਵਾਂਗੇ। ਸੋ ਫਿਲਹਾਲ ਇਸ ਭਾਗ ਦੇ ਵਿੱਚ ਇਹਨਾਂ ਅੱਗੇ ਆਪਾਂ 21 ਨੰਬਰ ਅੰਗ ਤੋਂ ਅੱਗੇ ਜੋ ਹੈ ਉਹਨੂੰ ਆਪਾਂ ਸ਼ੁਰੂ ਕਰ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।